ਤਾਂ ਸਤਿਗੁਰੂ ਪਾਤਸ਼ਾਹ ਜੀ ਪਹਿਲਾਂ ਸਲੋਕ ਉਚਾਰਨ ਕਰਨਗੇ। ਸਲੋਕ ਦੇ ਦੁਆਰਾ ਆਪਾਂ ਨੂੰ ਉਪਦੇਸ਼ ਦੇ ਕਰਕੇ ਫਿਰ ਅਸ਼ਟਪਦੀ ਆਰੰਭ ਹੋਵੇਗੀ। ਹਜ਼ੂਰ ਨੇ 6ਵੀਂ ਅਸ਼ਟਪਦੀ ਦੇ ਸਲੋਕ ਦੇ ਅੰਦਰ ਕਿਰਪਾ ਕੀਤੀ ਹੈ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਪੰਜ ਜਿਹੜੇ ਵਿਕਾਰ ਸਾਡੇ ਇਸ ਦੇਹੀ ਨੂੰ ਚੰਬੜੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹਨਾਂ ਪੰਜਾਂ ਦਾ ਜ਼ਿਕਰ ਹਜ਼ੂਰ ਨੇ ਵਾਰ-ਵਾਰ ਕੀਤਾ ਗੁਰਬਾਣੀ ਦੇ ਅੰਦਰ। ਤਾਂ ਸਤਿਗੁਰੂ ਕਹਿੰਦੇ ਇਹਨਾਂ ਪੰਜਾਂ ਦੇ ਕੋਲੋਂ ਜਿੱਤਿਆ ਕਿੱਦਾਂ ਜਾ ਸਕਦਾ ਹੈ, ਕਿਉਂਕਿ ਇਹਨਾਂ ਤੋਂ ਖਹਿੜਾ ਛਡਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਬੇਨਤੀ ਕਰੀਏ ਨਾਨਕ ਪ੍ਰਭ ਸਰਨਾਗਤੀ, ਅਸੀਂ ਤੁਹਾਡੀ ਸ਼ਰਨ ਪਏ ਹਾਂ ਸਤਿਗੁਰੂ, ਕਰ ਪ੍ਰਸਾਦ ਗੁਰਦੇਵ, ਤੇ ਤੁਸੀਂ ਹੁਣ ਸਾਡੇ ਉੱਪਰ ਕਿਰਪਾ ਕਰਦੇ ਹੋ। ਪ੍ਰਸਾਦ ਦਾ ਅਰਥ ਹੁੰਦਾ ਹੈ ਕਿਰਪਾ। ਇਹ ਸ਼ਬਦ ਇਸ ਅਸ਼ਟਪਦੀ ਦੇ ਅੰਦਰ ਵਾਰ-ਵਾਰ ਆਵੇਗਾ। ਕਈ ਵਾਰੀ ਅਸੀਂ ਜਦੋਂ ਇਹ ਗੁਰਬਾਣੀ ਪੜ੍ਹਦੇ ਹਾਂ ਤੇ ਇਹਨੂੰ ਪ੍ਰਸਾਦ ਸ਼ਬਦ ਦੀ ਵੀ ਵਰਤੋਂ ਕਰ ਜਾਂਦੇ ਹਾਂ, ਪਰ ਇਹ ਪ੍ਰਸਾਦ ਸ਼ਬਦ ਨਹੀਂ ਹੈ, ਤੇ ਪ੍ਰਸਾਦ ਸ਼ਬਦ ਹੈ। ਪ੍ਰਸਾਦ ਦਾ ਅਰਥ ਹੁੰਦਾ ਹੈ ਕਿਰਪਾ। ਜੇ ਪ੍ਰਸਾਦ ਸ਼ਬਦ ਵਰਤਾਂਗੇ ਤੇ ਫਿਰ ਉਹ ਛਕਣ ਵਾਲੀ ਚੀਜ਼ ਬਣ ਜਾਂਦੀ ਹੈ। ਤਾਂ ਹੀ ਸਤਿਗੁਰਾਂ ਨੇ ਵਾਰ-ਵਾਰ ਗੁਰਬਾਣੀ 'ਚ ਜਦੋਂ ਆਰੰਭਤਾ ਹੁੰਦੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਸ਼ਬਦ ਵਰਤੇ ਨੇ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਆਪਾਂ ਬੇਨਤੀ ਕਰੀਏ ਉਸ ਨਿਰੰਕਾਰ ਦੇ ਚਰਨਾਂ ਦੇ ਵਿੱਚ। ਸਤਿਗੁਰੂ ਆ ਜਿਹੜੇ ਪੰਜ ਮੈਨੂੰ ਚੰਬੜੇ ਹੋਏ ਨੇ ਨਾ, ਕਿਰਪਾ ਕਰਕੇ ਨਾ ਇਹਨਾਂ ਤੋਂ ਮੇਰਾ ਖਹਿੜਾ ਛੁਡਾ ਦਿਓ। ਇਹਨਾਂ ਪੰਜਾਂ ਦੀ ਬਾਬਤ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ। ਸੋਰਠ ਰਾਗ ਦੇ ਅੰਦਰ ਸਤਿਗੁਰੂ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਸਾਡਾ ਆ ਸਰੀਰ ਰੂਪੀ ਘਰ ਹੈ ਨਾ ਜਿਹੜਾ, ਇਹਦੇ ਅੰਦਰ ਇਹਨੂੰ ਲੁੱਟਣ ਦੇ ਲਈ ਪੰਜ ਚੋਰ ਵੜੇ ਹੋਏ ਨੇ। ਜਿਸ ਤਰ੍ਹਾਂ ਕਿਸੇ ਘਰ ਦੇ ਅੰਦਰ ਵੜ ਕਰਕੇ ਚੋਰੀ ਕਰਕੇ ਚੋਰ ਸਾਰਾ ਸਮਾਨ ਲੁੱਟ ਲੈਂਦੇ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸੈ। ਐਸ ਸਰੀਰ ਰੂਪੀ ਦੇਹੀ ਦੇ ਅੰਦਰ ਪੰਜ ਚੋਰ ਬੈਠੇ ਹੋਏ ਨੇ, ਜਿਨ੍ਹਾਂ ਦਾ ਨਾਮ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਹੁਣ ਘਰ ਦੁਨਿਆਵੀ ਦੇ ਵਿੱਚ ਚੋਰ ਆਇਆ ਤੇ ਉਹਨੇ ਘਰ ਦਾ ਸਾਜੋ ਸਮਾਨ ਲੁੱਟ ਲਿਆ ਸਾਰਾ ਹੀ, ਜਿੰਨੀਆਂ ਕੀਮਤੀ ਚੀਜ਼ਾਂ ਸਾਨੂੰ ਸਾਰਾ ਕੁਝ ਲੁੱਟ ਕਰਕੇ ਲੈ ਗਿਆ। ਇਹ ਜਿਹੜੇ ਪੰਜ ਚੋਰ ਨੇ ਇਹ ਕੀ ਲੁੱਟਦੇ ਨੇ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋਏ ਨਾ ਸੁਣੇ ਪੁਕਾਰਾ। ਇਹ ਸਾਡਾ ਆਤਮਿਕ ਜੀਵਨ ਲੁੱਟ ਲੈਂਦੇ ਨੇ ਅੰਦਰ ਤੋਂ। ਸਾਡੇ ਸਵਾਸ ਜਿਹੜੇ ਨੇ ਉਹ ਲੁੱਟੇ ਜਾ ਰਹੇ ਨੇ, ਸਾਡਾ ਆਤਮਿਕ ਜੀਵਨ ਲੁੱਟਿਆ ਜਾ ਰਿਹਾ ਹੈ। ਗੁਰੂ ਕੀ ਬਖਸ਼ਿਸ਼ ਰੂਪੀ ਅੰਮ੍ਰਿਤ ਇਹਨਾਂ ਨੇ ਲੁੱਟ ਲਿਆ ਹੈ ਸਾਰਾ ਕੁਝ ਹੀ। ਪਰ ਹੁਣ ਜਦੋਂ ਬਾਹਰ ਲੁੱਟ ਹੁੰਦੀ ਹੈ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਨਾ ਕਿ ਚੋਰੀ ਹੋ ਗਈ ਹੈ। ਪਰ ਸਤਿਗੁਰੂ ਕਹਿੰਦੇ ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ। ਇਹ ਸਾਨੂੰ ਲੁੱਟੀ ਜਾਂਦੇ ਨੇ ਪਰ ਸਾਨੂੰ ਪਤਾ ਨਹੀਂ ਕਿ ਸਾਡੇ ਅੰਦਰ ਲੁੱਟ ਮੱਚੀ ਹੋਈ ਹੈ। ਮਨਮੁਖ ਦਾ ਭਾਵ ਕਿਉਂਕਿ ਅਸੀਂ ਮਨ ਨੂੰ ਗਾੜੀ ਰੱਖਿਆ ਹੋਇਆ ਹੈ, ਗੁਰੂ ਵੱਲੋਂ ਬੇਮੁਖ ਹੋ ਗਏ ਹਾਂ।
कोई ना सुने पुकारा, किनियां पुकारा भी करदे पर साडी कोई पुकार सुनने वाला ही नहीं है। इन्हां पंजां तो मेरा कोई खਹਿੜਾ छडाउण वाला ही नहीं है। पर सतगुरु हुण किरपा करके दसो कि असीं इन्हां पंजां तो बचीए किद्दां? बचना ते बड़ा औखा है। गौड़ी राग दे अंदर धन गुरु अर्जन देव पातशाह जी कहिंदे ने इन्हां तो बचण दा इक्को ही कारण है ते इन्हां तो बचाउण वाला इक्को ही वैद है, वो है परमेश्वर दा नाम। ते आपां दवाई किदां लैनी है? क्या लगे हर रोज हाथ जोड़ करके बेनती करया कर, राख पिता प्रभ मेरे मोहे निर्गुण सब गुण तेरे। ऐ मेरे प्यारे मित्र वाहिगुरु, मैनू किरपा ते रहमत करके बचा लै। सारे गुण तेरे विच ने, तेरियां बख्शा ने, ते असीं औगणां दे नाल भरे होए आ। मोहे निर्गुण सब गुण तेरे। उत्थे अगली बेनती है, सतगुरु एक रहमत कर दो। पंच बिखादी एक गरीबा, राखो राखण हारे। मेरी सहायता करो सतगुरु, मेरी आ जिंद कली है। पंच बिखादी एक गरीबा, ये पंज वैरी मैनू चंबड़े ने ते मेरी आ गरीब जिंद नू लुटी जांदे ने। राखो राखण हारे, मैनू इन्हां तो बचा लो। इन्हां पंजां दे गाड़ी मेरा कल्ले दा जोर नहीं चलदा। ये पंज हुण कराउंदे की है साडे कोलों? धन गुरु अर्जन देव पातशाह जी कहंदे खेद करै अर बहुत संतावै, आयो सरन तुहारे। मैं तुहाडी शरण आ गया ते किरपा कर दिओ। खेद करे अर बहुत संतावे, ये पंजे मैनू बड़ा दुख देंदे ते बड़ा सताउंदे ने। खेद करे अर बहुत संतावे, ये कदे मैनू कोई किसी बन्ने खिंच करके लै जाता, कदे किसी बन्ने। क्योंकि काम दे जदों मैं वस ते अधीन हो जाना है, उदों मैनू संसार च बेइज्जत होना पैंदा है। पर जदों ये प्रभावित हो जाता है, उदों मेरे वस की गल नहीं रह जाती। जदों क्रोध आ जाता है, उदों भी मैं वस तो बाहर हो जाना है। जदों लोभ आ जाता है, जिन्हों सतगुरु पातशाह जी ने हलकाए कुत्ते की तरह दसिया है, उदों भी सतगुरु मैं अपनी पराई की पछाण भुल जाना है। जदों मोह दे विच मैं डुब जाना है, फिर मैनू तेरा ख्याल ही भुल जाता है। इन्ना ज़्यादा संसार ते परिवारक मोह दे नाल मैं जुड़ जाना है। ते जदों मेरे मन च हंकार आ जाता है, तो फिर मैं किसी नू कुछ समझदा ही नहीं है। ये है की है? खेद करे अर बहुत संतावे। सतगुरु बड़ा सताउंदे ने मैनू, पर आयो सरन तुहारे। कर कर हारियो अनक बहु भाती, छूटै कतहू नाही। मैं ते बड़े यतन करके वेख ले इन्हां दे कोलों खਹਿੜਾ छुट जे, पर नहीं। सतगुरु ये ते तुहाडी शरण च बैठिया भी मेरा खਹਿੜਾ नहीं जे छड्डदे। मैं तुहाडे पास बैठ जाना ते तां भी ये चीज़ां मेरा खਹਿੜਾ नहीं छड्डदियां। इन्ना इन्हां दा असर है मेरे उपर, इन्ना जोर है इन्हां दा। तुहाडी बाणी पढ़दियां पढ़दियां मेरे मन के अंदर हंकार आई जाता है। कर कर हारियो अनक बहु भाती, छोड़ै कतहू नाही। सतगुरु तुसीं किरपा करो। कह लगे एक बात सुन ताकी उटा, साध संग मिट जाही। ते फिर गुरु साहब जी ने सानू समझाया, कह लगे भाई इन्हां तो खਹਿੜਾ छडाउणा है, ते एक गल पक्की कर लै। कह लगे साध संग मिट जाही। गुरु की संगत का आसरा लै, ते हौली हौली इन्हां तो खਹਿੜਾ छुटेगा तेरा। जे तू कवें कि दम सारा कुछ खत्म हो जाए, तो नहीं। क्योंकि संगत विच बैठिया भी ये चीज़ां नहीं छड्डदियां। ये तो तुहाडी ओट हो जाए, हौली हौली किरपा वरतन लग पवे, ते सतगुरु कहिंदे फिर संगत करनी शुरू कर दे। क्योंकि जिदन संगत करन लग पिया, उस दिन बेनती कर कर किरपा संत मुले, मोहे तिन ते धीरज पाया।
ਜਿੱਦਣ ਕੋਈ ਨਾਮ ਜਪਣ ਵਾਲੀ ਰੂਹ ਮਿਲ ਪਈ, ਜਿੱਦਣ ਉਹ ਮਿਲ ਪਿਆ ਜਿਹਨੇ ਇਹਨਾਂ ਤੋਂ ਖਹਿੜਾ ਛੁਡਾਇਆ ਹੋਇਆ ਹੈ। ਕਹਿ ਲੱਗੇ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ। ਜਿੱਦਣ ਕਹਿਣ ਲੱਗੇ ਕਿਸੇ ਨੇ ਮੈਨੂੰ ਆਪਣੇ ਪਾਸ ਬਿਠਾ ਕਰਕੇ ਪਾਵਨ ਗੁਰਬਾਣੀ ਤੇ ਗੁਰੂ ਕੇ ਸ਼ਬਦ ਦੇ ਨਾਲ ਜੋੜ ਦਿੱਤਾ ਤੇ ਮੈਂ ਸ਼ਬਦ ਦਾ ਅਭਿਆਸ ਕਰਨ ਲੱਗ ਪਿਆ, ਜਿਨ੍ਹਾਂ ਦੇ ਕੋਲੋਂ ਮੇਰੇ ਕੋਲੋਂ ਜਿੱਤਿਆ ਨਹੀਂ ਸੀ ਨਾ ਜਾਂਦਾ। ਸਤਿਗੁਰੂ ਕਹਿੰਦੇ ਜੀਤ ਲੈਓ ਮਹਾਂ ਬੇਖਾਦੀ ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ। ਸਤਿਗੁਰੂ ਪਾਤਸ਼ਾਹ ਜੀ ਉਦਣ ਮੇਰੇ ਮਨ ਦੇ ਅੰਦਰ ਪ੍ਰਕਾਸ਼ ਭਾਵ ਕੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਣਾ ਹੈ ਤੇ ਮੈਂ ਇਹਨਾਂ ਪੰਜਾਂ ਤੋਂ ਆਪਣਾ ਖਹਿੜਾ ਛੁਡਾ ਲੈਣਾ, ਮੇਰੀ ਜਿੱਤ ਪ੍ਰਾਪਤ ਹੋ ਜਾਣੀ ਹੈ। ਸਤਿਗੁਰੂ ਕਹਿਣ ਲੱਗੇ ਇਹ ਸਾਰਾ ਕੁਝ ਬੇਨਤੀ ਦੀ ਕਰ ਪਰਮੇਸ਼ਰ ਦੇ ਗਾੜੀ। ਭਗਤ ਕਬੀਰ ਜੀਆਂ ਦਾ ਬਚਨ ਪੜ੍ਹਦੇ ਆ ਨਾ ਤਾਂ ਭਗਤ ਜੀ ਕਹਿੰਦੇ ਏਕ ਕੋਟ ਪੰਚ ਸਿਕਦਾਰਾ ਪੰਜੇ ਮੰਗੇ ਹਾਲਾ। ਭਗਤ ਕਬੀਰ ਜੀ ਕਹਿੰਦੇ ਏਕ ਕੋਟ, ਕੋਟ ਦਾ ਅਰਥ ਹੁੰਦਾ ਹੈ ਕਿਲਾ। ਕਹਿ ਲੱਗੇ ਮੇਰੇ ਕੋਲ ਇੱਕ ਸਰੀਰ ਰੂਪੀ ਕਿਲਾ ਏ ਤੇ ਪੰਜ ਸਿਕਦਾਰਾ, ਇਹਦੇ ਵਿੱਚ ਪੰਜ ਚੌਧਰੀ ਬੈਠੇ ਹੋਏ ਨੇ। ਇੱਕ ਸਾਡੇ ਕੋਲ ਸਰੀਰ ਰੂਪੀ ਕਿਲਾ ਏ, ਏਕ ਕੋਟ ਪੰਜ ਸਿਕਦਾਰਾ, ਪੰਜ ਇਹਦੇ ਵਿੱਚ ਸਰਦਾਰ ਬੈਠੇ ਹੋਏ ਨੇ ਤੇ ਪੰਜੇ ਮੰਗੇ ਹੱਲਾ। ਕਹਿ ਲੱਗੇ ਮੇਰੇ ਕੋਲੋਂ ਪੰਜੇ ਜਿਹੜੇ ਨੇ ਨਾ ਮਾਮਲਾ ਮੰਗਦੇ ਨੇ। ਜਿੱਦਾਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਨਾ ਚੌਧਰੀ ਜਿਹੜੇ ਉਹ ਮਾਮਲਾ ਕਰਾਉਂਦੇ ਨੇ, ਆ ਪੰਜ ਸਰਦਾਰ ਸਾਡੇ ਅੰਦਰ ਵੀ ਬੈਠੇ ਨੇ ਜਿਹੜੇ ਸਾਡੇ ਕੋਲੋਂ ਮਾਮਲਾ ਕਰਾਈ ਜਾਂਦੇ ਨੇ। ਤਾਂ ਭਗਤ ਜੀ ਉੱਥੇ ਕਹਿੰਦੇ ਜਿਮੀ ਨਾਹੀ ਮੈਂ ਕਿਸੇ ਕੀ ਬੋਈ ਐਸਾ ਦੇਣ ਦੁਖਾਲਾ। ਹੁਣ ਆਪਣਾ ਕਿਸੇ ਦੇ ਨਾਲ ਕੋਈ ਸੰਬੰਧ ਨਾ ਹੋਵੇ ਤੇ ਆਪਣੇ ਕੋਲ ਕੁਝ ਨਾ ਕੁਝ ਮੰਗੀ ਜਾਵੇ ਆਣ ਕਰਕੇ ਕਿ ਭਾਈ ਇਹਦੇ ਬਦਲੇ ਮੈਨੂੰ ਆਹ ਦੇ, ਤੇ ਆਪਾਂ ਨੂੰ ਦੁੱਖ ਤਾਂ ਹੋਵੇਗਾ ਹੀ ਨਾ ਕਿ ਜਦੋਂ ਮੇਰਾ ਤੇਰੇ ਨਾਲ ਲੈਣ ਦੇਣ ਹੀ ਕੋਈ ਨਹੀਂ ਹੈ, ਫਿਰ ਮੈਂ ਤੈਨੂੰ ਆਪਣੀ ਕਮਾਈ ਵਿੱਚੋਂ ਕਿੱਦਾਂ ਧਨ ਕੱਢ ਕੇ ਦੇ ਦੇਵਾਂ। ਤਾਂ ਭਗਤ ਜੀ ਕਹਿਣ ਲੱਗੇ ਜਿਮੀ ਨਾਹੀ ਮੈਂ ਕਿਸੇ ਕੀ ਬੋਈ, ਇਹਨਾਂ ਪੰਜਾਂ ਦੇ ਵਿੱਚੋਂ ਮੈਂ ਕਿਸੇ ਦੇ ਨਾਲ ਪ੍ਰੇਮ ਨਹੀਂ ਜੋੜਿਆ, ਇਹਦੇ ਵਿੱਚੋਂ ਕੋਈ ਮੇਰਾ ਨਹੀਂ ਹੈ, ਐਸਾ ਦੇਣ ਦੁਖਾਲਾ। ਪਰ ਜਦੋਂ ਇਹ ਕੁਝ ਨਾ ਕੁਝ ਮਾਮਲਾ ਮੇਰੇ ਕੋਲੋਂ ਮੰਗਦੇ ਨੇ ਨਾ, ਫਿਰ ਮੈਂ ਕਿੱਦਾਂ ਇਹਨਾਂ ਨੂੰ ਕੁਝ ਨਾ ਕੁਝ ਦੇ ਦੇਵਾਂ। ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ। ਐ ਪਰਮੇਸ਼ਰ ਵਾਹਿਗੁਰੂ ਇਹ ਤੇ ਮੇਰੇ ਨਾਲ ਹਿਸਾਬ ਕਿਤਾਬ ਕੱਢੀ ਫਿਰਦੇ ਨੇ। ਜਿੱਦਾਂ ਪਟਵਾਰੀ ਉਹ ਆਪਣੀ ਕਲਮ ਚੁੱਕ ਕਰਕੇ ਤੇ ਹਿਸਾਬ ਕਿਤਾਬ ਲਿਖਦਾ ਫਿਰਦਾ ਹੈ ਨਾ, ਭਗਤ ਜੀ ਕਹਿੰਦੇ ਇੱਦਾਂ ਇਹ ਵੀ ਮੇਰੇ ਮਗਰ ਮਗਰ ਲੱਗੇ ਫਿਰਦੇ ਨੇ। ਉਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨਹੁ ਲਿਆ ਉਬਾਰੀ। ਭਗਤ ਜੀ ਕਹਿੰਦੇ ਅਸੀਂ ਬਾਹਾਂ ਉੱਪਰ ਨੂੰ ਕਰਕੇ ਨਾ ਤੇ ਪਰਮੇਸ਼ਰ ਦੇ ਗਾੜੀ ਪੁਕਾਰ ਕੀਤੀ ਕਿ ਸਤਿਗੁਰੂ ਇਹਨਾਂ ਦੇ ਕੋਲੋਂ ਮੇਰਾ ਖਹਿੜਾ ਛਡਾਓ, ਇਹਨਾਂ ਦੇ ਕੋਲੋਂ ਇਹ ਤੇ ਮਾਮਲਾ ਕੱਢੀ ਫਿਰਦੇ ਨੇ, ਕੁਝ ਨਾ ਕੁਝ ਖੋਈ ਜਾਂਦੇ ਨੇ ਮੇਰੇ ਕੋਲੋਂ। ਪਰ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੂੰ ਹੀ ਪਤਾ ਲੱਗਦਾ ਹੈ ਕਿ ਮੇਰੇ ਕੋਲੋਂ ਹੀ ਕੁਝ ਨਾ ਕੁਝ ਲਈ ਜਾਂਦੇ ਨੇ, ਖੋਈ ਜਾਂਦੇ ਨੇ, ਇੱਕ ਇੱਕ ਸਵਾਸ ਖੋਈ ਜਾਂਦੇ ਨੇ, ਮੈਨੂੰ ਬੇਇੱਜ਼ਤ ਕਰਦੇ ਨੇ, ਮੇਰਾ ਆਤਮਿਕ ਜੀਵਨ ਖੋਲਿਆ ਇਹਨਾਂ ਪੰਜਾਂ ਨੇ। ਤਾਂ ਭਗਤ ਜੀ ਕਹਿੰਦੇ ਜਦੋਂ ਬੰਦੇ ਨੂੰ ਇਹ ਪਤਾ ਲੱਗ ਜਾਂਦਾ ਹੈ ਨਾ, ਫੇਰ ਜਾ ਕਰਕੇ ਆਪਾਂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਉਹ ਅਰਦਾਸ ਕਰਦੇ ਨੇ ਸਤਿਗੁਰੂ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਤੁਸੀਂ ਕਿਰਪਾ ਕਰਦੇ ਹੋ ਸਤਿਗੁਰੂ ਮੇਰਾ ਖਹਿੜਾ ਛਡਾ ਦਿਓ, ਕਿਉਂਕਿ ਇਹ ਪੰਜ ਮੈਨੂੰ ਉੱਥੇ ਜਾ ਕਰਕੇ ਧੂਣਗੇ ਜਿੱਥੇ ਮੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਇੱਥੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਕਾਮ ਸ਼ਬਦ ਵਰਤਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਹੇ ਕਾਮੰ ਨਰਕ ਬਿਸਰਾਮੰ ਬਾਹੋ ਜੋਨੀ ਪ੍ਰਮਾਵਣੈ। ਸੰਸਕ੍ਰਿਤੀ ਦੇ ਅੰਦਰ ਕਹਿ ਲੱਗੇ ਹੇ ਕਾਮ ਤੂੰ ਏਡਾ ਪ੍ਰਬਲ ਹੈ, ਤੂੰ ਜੀਵਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕਰਕੇ ਤੇ ਉਹਨਾਂ ਨੂੰ ਨਰਕ ਦੇ ਤੱਕ ਛੱਡ ਕਰਕੇ ਆਉਣਾ ਹੈ। ਹੇ ਕਾਮੰ ਨਰਕ ਬਿਸਰਾਮੰ, ਗੁਰਬਾਣੀ ਦਾ ਫੈਸਲਾ ਹੈ। ਤੂੰ ਜੀਵਾਂ ਨੂੰ ਆਪਣੇ ਜਾਲ 'ਚ ਫਸਾ ਕਰਕੇ ਕਿੱਥੋਂ ਤੱਕ ਖੜਦਾ ਹੈ? ਨਰਕ ਬਿਸਰਾਮੰ, ਕਹਿ ਲੱਗੇ ਉਹਦਾ ਵਾਸਤਾ ਨਰਕਾਂ 'ਚ ਕਰਾ ਕੇ ਆਉਣਾ ਹੈ ਤੇ ਬਹੁ ਜੋਨੀ ਭਰਮਾਵਣਾ ਹੈ। ਫਿਰ ਉਹ ਜੀਵ ਵਿਚਾਰਾ ਅਨੇਕਾਂ ਜੂਨਾਂ ਦੇ ਵਿੱਚ ਭਟਕਦਾ ਫਿਰਦਾ ਹੈ। ਚਿਤ ਹਰਣੰ ਤ੍ਰੈ ਲੋਕ ਗਮੰ ਜਪ ਤਪ ਸੀਲ ਵਿਦਾਰਨੈ। ਕਿਉਂਕਿ ਜਦੋਂ ਤੂੰ ਆਪਣੇ ਜਾਲ 'ਚ ਫਸਾ ਕਰਕੇ ਜੀਵ ਨੂੰ ਭਰਮਾ ਲੈਣਾ ਹੈ
ਤੇਰੀ ਤਿੰਨਾਂ ਲੋਕਾਂ ਦੇ ਤੱਕ ਪਹੁੰਚ ਹੈ। ਤੂੰ ਜੀਵਾਂ ਦਾ ਜਪ ਤੇ ਤਪ ਸੁਧ ਆਚਰਨ ਸਾਰਾ ਕੁਝ ਹੀ ਨਾਸ ਕਰ ਦੇਣਾ ਹੈ। ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਾ ਹੈ। ਇਹ ਚੰਚਲ ਕਾਮ ਤੂੰ ਸੁਖ ਤਾਂ ਥੋੜਾ ਦੇਣਾ ਹੈ, ਪਰ ਉਸ ਸੁਖ ਦੇ ਬਦਲੇ ਕਹਿਣ ਲੱਗੇ ਤੂੰ ਜੀਵ ਨੂੰ ਵੱਡੇ ਦੁੱਖ ਦੇ ਵਿੱਚ ਧਕੇਲ ਦੇਣਾ ਹੈ। ਉਹਦਾ ਆਚਰਨ ਹੀ ਖੋਲ ਇੰਨਾ ਉਹਦੇ ਕੋਲੋਂ। ਜਦੋਂ ਉਹਦੇ ਤੂੰ ਵਸ ਹੋ ਜਾਂਦਾ ਫਿਰ ਬੰਦੇ ਨੂੰ ਚੇਤਾ ਹੀ ਭੁੱਲ ਜਾਂਦਾ ਹੈ ਸਾਰਾ ਕੁਝ। ਇਹ ਹੈ ਕਾਮੀ ਪੁਰਸ਼ ਦੀ ਹਾਲਤ। ਫਿਰ ਸਤਿਗੁਰਾਂ ਨੇ ਦੂਜਾ ਸ਼ਬਦ ਵਰਤਿਆ ਕ੍ਰੋਧ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਹੇ ਕਲ ਮੂਲ ਕ੍ਰੋਧ ਕਦੰਚ ਕੁਰਣਾ ਨਾ ਉਪਜਰਤੇ। ਕਹਿਣ ਲੱਗੇ ਜਦੋਂ ਝਗੜਾ ਵੱਧਦਾ ਹੈ ਤੇ ਬੰਦਾ ਕ੍ਰੋਧ ਵਿੱਚ ਆਉਂਦਾ ਹੈ ਨਾ, ਉਹਦੇ ਅੰਦਰ ਦੀ ਦਇਆ ਤੂੰ ਖਤਮ ਕਰ ਦੇਣਾ ਹੈ। ਇਹ ਕ੍ਰੋਧ ਦੇ ਗੁਣ ਨੇ। ਜਦੋਂ ਬੰਦਾ ਕ੍ਰੋਧੀ ਹੋ ਜਾਂਦਾ ਨਾ, ਕਈ ਵਾਰੀ ਬਹੁਤ ਵੱਡਾ ਨੁਕਸਾਨ ਕਰ ਬੈਂਦਾ ਹੈ। ਜਦੋਂ ਉਹਦਾ ਫਿਰ ਕ੍ਰੋਧ ਉਤਰਦਾ ਤੇ ਫਿਰ ਬੰਦਾ ਸੋਚਦਾ ਹੈ ਨਾ, ਮੈਂ ਕੀ ਕਰ ਬੈਠਾ ਹੈ ਜੇ ਮੈਂ ਨਾ ਕਰਦਾ ਇਦਾਂ। ਤੇ ਪਰ ਜਦੋਂ ਇਹ ਕ੍ਰੋਧ ਸਤਿਗੁਰੂ ਕਹਿੰਦੇ ਹਾਵੀ ਹੋ ਜਾਂਦਾ, ਫਿਰ ਨਹੀਂ ਇਹ ਕੁਝ ਵੀ ਲੱਭਣ ਦਿੰਦਾ। ਇਹ ਹੈ ਕਿ ਕਹਿਣ ਲੱਗੇ ਹੇ ਕਲ ਮੂਲ ਕ੍ਰੋਧੰ, ਕਹਿਣ ਲੱਗੇ ਝਗੜੇ ਦਾ ਮੋਢੀ ਕ੍ਰੋਧ ਹੈ। ਤੇਰੇ ਜੀਵਨ ਨੂੰ ਨਾਸ ਕਰਨ ਵਾਲਾ ਹੀ ਇਹ ਮੁੱਢ ਹੈ। ਤੇਰੀ ਦਇਆ ਨੇ ਖਤਮ ਕਰ ਦੇਣੀ ਹੈ। ਵਿਖਯੰਤ ਜੀਵੰ ਵਸੰ ਕ੍ਰੋਧ ਨਿਰਤਰੰ ਕ੍ਰੋਧ ਜਥਾ ਮਰਕਟਾ ਹੈ। ਕਹਿਣ ਲੱਗੇ ਜਿਸ ਤਰ੍ਹਾਂ ਤੂੰ ਵਿਸ਼ੇ ਜੀਵਾਂ ਨੂੰ ਆਪਣੇ ਵਸ ਕਰ ਲੈਂਦਾ ਹੈ ਨਾ, ਫਿਰ ਤੂੰ ਜਿੱਦਾਂ ਹੀ ਕਹਿਣ ਲੱਗੇ ਕਹਿਣਾ ਇਹ ਉਦਾਂ ਹੀ ਨੱਚੀ ਜਾਂਦੇ ਨੇ। ਇਹਨਾਂ ਦੇ ਵਿੱਚ ਏਡਾ ਵੱਡਾ ਜਿਹੜਾ ਤਾਕਤ ਭਰੀ ਹੋਈ ਹੈ। ਪਰ ਆਪਾਂ ਬੇਨਤੀ ਇਹ ਕਰਨੀ ਹੈ, ਸਤਿਗੁਰੂ ਤੁਸੀਂ ਰਹਿਮਤ ਕਰ ਦਿਓ ਤੇ ਇਹਨਾਂ ਦੇ ਕੋਲੋਂ ਮੇਰਾ ਖਹਿੜਾ ਛਡਾ ਦਿਓ। ਇਸ ਕਰਕੇ ਸਤਿਗੁਰਾਂ ਨੇ ਸ਼ਲੋਕ ਦੇ ਅੰਦਰ ਇਹ ਸ਼ਬਦ ਵਰਤੇ ਨੇ ਤੇ ਰਹਿਤ ਮਰਜ਼ਾਦਾ ਦੇ ਅੰਦਰ। ਤੇ ਇਹ ਗੱਲ ਦ੍ਰਿੜ ਕਰਾਈ ਜਾਂਦੀ ਹੈ ਕਿ ਆਪਾਂ ਜਦੋਂ ਵੀ ਕੋਈ ਛਕਣਾ ਛਕਾਉਣਾ ਹੈ ਉਦੋਂ ਇਹ ਸ਼ਲੋਕ ਜ਼ਰੂਰ ਪੜ੍ਹਿਆ ਜਾਵੇ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਅਸੀਂ ਸਤਿਗੁਰੂ ਤੁਹਾਡੀ ਸ਼ਰਨ 'ਚ ਪੈ ਗਏ ਆਣ ਕਰਕੇ, ਤੁਸੀਂ ਹੁਣ ਕਿਰਪਾ ਕਰਕੇ ਸਾਨੂੰ ਬਚਾ ਲੈਣਾ ਕਰੋ। ਅੱਗੇ ਸਤਿਗੁਰੂ ਅਸ਼ਟਪਦੀ ਦੀ ਆਰੰਭਤਾ ਕਰਦੇ ਨੇ। ਹੁਣ ਇੱਕ ਇੱਕ ਪੰਕਤੀ ਦੇ ਵਿੱਚ ਸਾਨੂੰ ਯਾਦ ਕਰਵਾਉਣਗੇ ਸਤਿਗੁਰੂ ਕਿ ਕਿੱਦਾਂ ਪਰਮੇਸ਼ਰ ਨੂੰ ਚੇਤੇ ਕਰਨਾ ਹੈ, ਕਿੱਦਾਂ ਉਹਦਾ ਖਿਆਲ ਰੱਖਣਾ ਹੈ ਆਪਣੇ ਮਨ ਦੇ ਅੰਦਰ। ਸਤਿਗੁਰੂ ਪਾਤਸ਼ਾਹ ਜੀ ਆਰੰਭਤਾ ਵਿੱਚ ਬਖਸ਼ਿਸ਼ ਕਰਦੇ ਨੇ, ਜਿਹੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ। ਕਹਿ ਲੱਗੇ ਹੁਣ ਜਿਹਦੀ ਕਿਰਪਾ ਦੇ ਨਾਲ ਤੂੰ 36 ਪ੍ਰਕਾਰ ਦੇ ਰਸ ਛਕਦਾ ਹੈ। 6 ਪ੍ਰਕਾਰ ਦੇ ਰਸ ਮੰਨੇ ਗਏ ਨੇ ਤੇ 6 ਦੇ ਇੱਕ ਰਸ ਦੇ ਵਿੱਚੋਂ 6 ਰਸ ਅੱਗੇ ਬਣਦੇ ਨੇ। 6 ਰਸ ਨੇ, ਇੱਕ ਰਸ ਦੇ 6 ਰਸ ਨੇ ਤੇ ਇਹਦਾ ਟੋਟਲ ਕਰ ਦਈਏ ਤੇ 36 ਰਸ ਬਣਦੇ ਨੇ। ਇਹ 36 ਰਸ ਜਿਹੜੇ ਨੇ ਅਸੀਂ ਛਕਦੇ ਹਾਂ। ਕਈ ਪ੍ਰਕਾਰ ਦੇ ਅੰਦਰ ਭੋਜਨ ਛਕ ਲੈਣਾ, ਹੋਰ ਕਿਸੇ ਪ੍ਰਕਾਰ ਦਾ ਰਸ ਲੈ ਲੈਣਾ, ਉਹਨੂੰ 36 ਪ੍ਰਕਾਰ ਦਾ ਭੋਜਨ ਕਿਹਾ ਜਾਂਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿਹਦੀ ਕਿਰਪਾ ਦੇ ਨਾਲ ਮਿਲੇ ਨੇ ਆਪਾਂ ਨੂੰ? ਉਸ ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ, ਹੁਣ ਉਹਦੀ ਕਿਰਪਾ ਦੇ ਨਾਲ ਆਪਾਂ ਛਕ ਰਹੇ ਹਾਂ ਨਾ, ਚੰਗਾ ਆਪਾਂ ਨੂੰ ਛਕਣ ਛਕਾਉਣ ਦੀ ਮਿਲ ਰਿਹਾ ਹੈ। ਜੋ ਵੀ ਸਾਡਾ ਦਿਲ ਕਰਦਾ ਹੈ ਅਸੀਂ ਉਹੀ ਪਦਾਰਥ ਖਾ ਲੈਂਦੇ ਹਾਂ। ਬੰਦਾ ਕਹਿੰਦਾ ਮੇਰਾ ਅੱਜ ਆਹ ਛਕਣ ਨੂੰ ਦਿਲ ਕਰਦਾ ਹੈ ਤੇ ਮਹਾਰਾਜ ਨੇ ਕਿਰਪਾ ਕੀਤੀ, ਆਪਾਂ ਉਹਦੀ ਪ੍ਰਾਪਤੀ ਕਰ ਸਕਦੇ ਹਾਂ, ਆਪਾਂ ਉਹ ਖਰੀਦ ਸਕਦੇ ਹਾਂ। ਸਾਨੂੰ ਧਨ ਦਿੱਤਾ ਹੈ ਪਰਮੇਸ਼ਰ ਨੇ, ਸਾਨੂੰ ਆਹ ਸਰੀਰ ਦਿੱਤਾ, ਜੋ ਵੀ ਸਾਡਾ ਮਨ ਲੋਚਦਾ ਅਸੀਂ ਛਕਦੇ ਹਾਂ ਉਹ ਸਾਰਾ ਕੁਝ ਹੀ, ਜੋ ਸਾਡੀ ਆ ਰਸਨਾ ਮੰਗਦੀ ਹੈ। ਪਰ ਸਤਿਗੁਰੂ ਸਾਨੂੰ ਇਹ ਸਮਝਾ ਰਹੇ ਨੇ ਕਿ ਛਕ ਤੈਨੂੰ ਪ੍ਰਮਾਤਮਾ ਨੇ ਦਿੱਤਾ ਇਹ ਸਾਰਾ ਕੁਝ, ਪਰ ਇੱਕ ਚੇਤਾ ਨਾ ਭੁੱਲੀ, ਇਹ ਦਿੱਤਾ ਜਿਹਨੇ ਹੈ ਉਹ ਕਿਰਪਾ ਹੈ ਉਸ ਵਾਹਿਗੁਰੂ ਪ੍ਰਮਾਤਮਾ ਦੀ। ਨਹੀਂ ਤਾਂ ਕਈਆਂ ਦਾ ਮਨ ਲੋਚਦਾ ਰਹਿੰਦਾ ਹੈ ਪਰ ਉਹਨਾਂ ਕੋਲ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਪਦਾਰਥ ਛਕ ਸਕਣ। ਇਹ ਵੀ ਇਹੋ ਜਿਹੇ ਵੀ ਹਨ ਸੰਸਾਰ ਦੇ ਅੰਦਰ ਜਿਹੜੇ ਵਿਚਾਰੇ ਲੋਚਦੇ ਫਿਰਦੇ ਨੇ ਪਰ ਉਹਨਾਂ ਦੀ ਪਹੁੰਚ ਨਹੀਂ ਹੈ ਉੱਥੋਂ ਤੱਕ। ਮਨ ਤੇ ਹਰ ਇੱਕ ਦਾ ਹੀ ਕਰਦਾ ਨਾ, ਮੈਂ ਚੰਗੇ ਤੋਂ ਚੰਗਾ ਛਕਾਂ, ਮੇਰਾ ਜੋ ਦਿਲ ਕਰੇ ਮੈਂ ਉਹ ਮਨ ਭਾਉਂਦਾ ਪਾਵਾਂ ਸਰੀਰ ਤੇ, ਮਨ ਭਾਉਂਦਾ ਹੀ ਛਕਾਂ। ਪਰ ਜਿਨ੍ਹਾਂ ਦੇ ਉੱਪਰ ਸਤਿਗੁਰੂ ਕਹਿਣ ਲੱਗੇ ਜੇ ਪ੍ਰਸਾਦ ਜੇ ਤੂੰ ਛਕ ਰਿਹਾ ਨਾ, ਜੇ ਪਹਿਨ ਰਿਹਾ ਹੈ ਤੇ ਇਹ ਨਾ ਸਮਝ ਕੇ ਇਹ ਮੈਂ ਮੇਰੀ ਸਿਆਣਪ ਹੈ ਸਾਰੀ, ਕਿਉਂਕਿ ਕੱਲ ਵੀ ਸਤਿਗੁਰਾਂ ਨੇ ਸਾਨੂੰ ਕਿਹਾ ਸੀ ਉਪਾਵ ਸਿਆਣਪ ਸਗਲ ਤੇ ਰਹਿਤ।
ਇਹਦੇ ਵਿੱਚ ਆਪਣੀ ਸਿਆਣਪ ਨਾ ਸਮਝਣ ਲੱਗ ਪਈ। ਇਹੋ ਹੀ ਬੇਨਤੀ ਕਰੀ ਕਿ ਤੇਰੀ ਕਿਰਪਾ ਦੇ ਨਾਲ ਹੀ ਹੈ। ਤੇ ਜਦੋਂ ਇਹ ਸਾਡੇ ਮਨ ਵਿੱਚ ਗੱਲ ਆ ਗਈ, ਫਿਰ ਸਤਿਗੁਰੂ ਕਹਿੰਦੇ ਤਿਸ ਠਾਕਰ ਕੋ ਰੱਖ ਮਨ ਮਾਹੀ। ਫਿਰ ਨਹੀਂ ਉਹਦਾ ਚੇਤਾ ਭੁੱਲਦਾ। ਫਿਰ ਤੇ ਜਦੋਂ ਵੀ ਆਪਾਂ ਗੁਰਾਹੀ ਆਪਣੇ ਅੰਦਰ ਪਾਵਾਂਗੇ ਨਾ, ਉਦੋਂ ਹੀ ਪਰਮੇਸ਼ਰ ਦਾ ਚੇਤਾ ਕਰਕੇ ਸਤਿਗੁਰੂ ਤੂੰ ਹੀ ਕਿਰਪਾ ਕੀਤੀ ਤੇ ਅੱਜ ਆ ਮੇਰੀ ਥਾਲੀ 'ਚ ਭੋਜਨ ਆ ਗਿਆ, ਆ ਮੈਂ ਛਕਣ ਲੱਗਾ ਤੇ ਤੇਰੀ ਕਿਰਪਾ ਦੇ ਨਾਲ ਹੀ ਹੈ। ਜਿਹਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੌੜੀ ਰਾਗ 'ਚ ਕਹਿੰਦੇ ਨੇ, ਜਿਸ ਕਾ ਦੀਆ ਪਹਿਨੇ ਖਾਏ ਤਿਸ ਸਿਉ ਆਲਸ ਕਿਉ ਬਣੇ ਮਾਏ। ਕਹਿ ਲੱਗੇ ਜਿਸ ਪ੍ਰਮਾਤਮਾ ਦਾ ਦਿੱਤਾ ਹੋਇਆ ਅਸੀਂ ਸਾਰਾ ਕੁਝ ਪਹਿਨ ਰਹੇ ਤੇ ਛਕ ਰਹੇ ਹਾਂ, ਫਿਰ ਉਹਦੇ ਨਾਮ ਜਪਣ ਨੂੰ ਅਸੀਂ ਭੁੱਲੀਏ, ਆਲਸ ਕਰੀਏ, ਤੇ ਕਹਿਣ ਲੱਗੇ ਇਹ ਤਾਂ ਗੱਲ ਨਹੀਂ ਨਾ ਫਿਰ ਬਣਦੀ। ਤਿਸ ਸਿਉ ਆਲਸ ਕਿਉਂ ਬਣੇ ਮਾਏ। ਜਿਹਦਾ ਦਿੱਤਾ ਖਾਰੇ ਜੇ ਉਹਨੂੰ ਚੇਤੇ ਨਾ ਕਰੀਏ, ਫਿਰ ਕੀ ਹੋਵੇਗਾ? ਫਿਰ ਅਸੀਂ ਅਕਿਰਤ ਕਾਣ ਬਣ ਜਾਵਾਂਗੇ। ਅਕਿਰਤ ਕਾਣ ਇੱਕ ਬਹੁਤ ਜ਼ਿਆਦਾ, ਜਿਹਨੂੰ ਕਹਿ ਲਈਏ ਕਿ ਗਿਰਿਆ ਤੇ ਗਿਰਿਆ ਹੋਇਆ ਵੀ ਬੰਦਾ ਹੈ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ ਹੈ ਕਿਰਤ ਕਾਣ ਦੀ ਆਪਣੀਆਂ ਵਾਰਾਂ ਦੇ ਅੰਦਰ। ਉੱਥੇ ਭਾਈ ਗੁਰਦਾਸ ਜੀ ਕਹਿੰਦੇ, ਮੱਧ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤੇ ਸੰਬੰਧੀ ਵਾਸ। ਕਹਿ ਲੱਗੇ ਕਿਸੇ ਵੇਸਵਾ ਨੇ ਨਾ ਸ਼ਰਾਬ ਦੇ ਵਿੱਚ ਪਾ ਕਰਕੇ, ਮੱਧ ਸ਼ਰਾਬ ਨੂੰ ਕਹਿੰਦੇ ਨੇ, ਉਹਦੇ ਵਿੱਚ ਪਾ ਕਰਕੇ ਤੇ ਕੁੱਤੇ ਦਾ ਮਾਸ ਰਿੰਨ ਲਿਆ। ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤੇ ਸੰਬੰਧੀ ਵਾਸ। ਕਹਿ ਲੱਗੇ ਪਹਿਲਾਂ ਤਾਂ ਸ਼ਰਾਬ 'ਚ ਪਾ ਕੇ ਕੁੱਤੇ ਦਾ ਮਾਸ ਜਿਹੜਾ ਸੀ ਉਹ ਰਿੱਧਾ ਗਿਆ। ਫਿਰ ਕਹਿਣ ਲੱਗੇ ਉਹਨੇ ਕਿਸੇ ਬੰਦੇ ਦੀ ਨਾ ਖੋਪਰੀ ਪਈ ਹੋਈ ਸੀ, ਜਿਹੜੀ ਇੱਕ ਬਰਤਨ ਦੀ ਤਰ੍ਹਾਂ ਹੁੰਦੀ ਸਾਡੀ ਖੋਪੜੀ ਜਿਹੜੀ ਹੈ, ਜਦੋਂ ਇਹਦੇ ਵਿੱਚੋਂ ਮਾਸ ਨਿਕਲ ਜਾਂਦਾ। ਕਹਿਣ ਲੱਗੇ ਉਹਨੇ ਉਹਨੂੰ ਬਣਾ ਕਰਕੇ ਨਾ ਮਾਸ ਨੂੰ ਤੇ ਉਹਦੇ ਵਿੱਚ ਪਾ ਲਿਆ, ਬੰਦੇ ਦੀ ਖੋਪਰੀ ਦੇ ਵਿੱਚ ਪਾ ਲਿਆ। ਕਹਿਣ ਲੱਗੇ ਰਤ ਭਰਿਆ ਕੱਪੜਾ ਕਰ ਕੱਜਣ ਤਾਸ, ਤੇ ਇੱਕ ਲਹੂ ਦੇ ਨਾਲ ਲਿਬੜਿਆ ਹੋਇਆ ਕੱਪੜਾ ਲੈ ਲਿਆ ਤੇ ਉਸ ਕੱਪੜੇ ਦੇ ਨਾਲ ਉਸ ਮਾਸ ਨੂੰ ਢੱਕ ਦਿੱਤਾ। ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਕੁੱਤੇ ਦਾ ਮਾਸ, ਸ਼ਰਾਬ, ਫਿਰ ਉਹਨੂੰ ਖੋਪੜੀ ਦੇ ਵਿੱਚ ਪਾਇਆ ਤੇ ਲਹੂ ਦੇ ਨਾਲ ਭਿੱਜੇ ਹੋਏ ਕੱਪੜੇ ਦੇ ਨਾਲ ਉਹਨੂੰ ਢੱਕ ਲਿਆ। ਕਹਿ ਲੱਗੇ ਢੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ। ਉਹਨੇ ਆਪਣੇ ਸਿਰ ਤੇ ਰੱਖ ਲਿਆ ਤੇ ਉਹ ਬਾਜ਼ਾਰ ਦੇ ਵਿੱਚੋਂ ਦੀ ਤੁਰੀ ਜਾਂਦੀ ਲੈ ਕਰਕੇ। ਕਹਿ ਲੱਗੇ ਆਕ ਸੁਣਾਏ ਪੁੱਛਿਆ ਲਾਹੇ ਵਿਵਾਸ, ਤੇ ਕਿਸੇ ਨੇ ਰਸਤੇ ਦੇ ਵਿੱਚ ਪੁੱਛ ਲਿਆ ਕਿ ਇਹਦੇ ਵਿੱਚ ਕੀ ਪਾਇਆ ਹੋਇਆ ਹੈ, ਕਿ ਤੇ ਉੱਪਰ ਖੂਨ ਦਾ ਲਿਬੜਿਆ ਹੋਇਆ ਕੱਪੜਾ ਪਾਇਆ ਹੈ, ਤੇ ਇਹਦੇ ਅੰਦਰ ਕੀ ਹੈ? ਕਹਿ ਲੱਗੇ ਉਹਨੇ ਦੱਸਿਆ ਕਿ ਮੈਂ ਸ਼ਰਾਬ ਦੇ ਵਿੱਚ ਪਾ ਕਰਕੇ ਕੁੱਤੇ ਦਾ ਮਾਸ ਰਿੱਧਾ ਹੋਇਆ, ਉਹਨੂੰ ਬੰਦੇ ਦੀ ਖੋਪਰੀ ਵਿੱਚ ਪਾਇਆ ਤੇ ਐਸ ਕੱਪੜੇ ਨਾਲ ਢੱਕਿਆ ਹੈ। ਆਕ ਸੁਣਾਏ ਪੁੱਛਿਆ ਲਾਹੇ ਵਿਵਾਸ, ਤੇ ਉਹ ਸੱਜਣ ਕਹਿੰਦਾ ਇਹਨੂੰ ਢੱਕਣ ਦੀ ਕੀ ਲੋੜ ਸੀ, ਸਾਰੀਆਂ ਚੀਜ਼ਾਂ ਤੇ ਗਿਰੀਆਂ ਤੋਂ ਗਿਰੀਆਂ ਹੋਈਆਂ ਨੇ। ਉੱਥੇ ਕਹਿਣ ਲੱਗੀ ਜਵਾਬ ਮਿਲਿਆ, ਵੇਸਵਾ ਕਹਿਣ ਲੱਗੀ ਨਦਰੀ ਪਵੇ ਅਕਿਰਤ ਕਾਣ ਮਤ ਹੋਏ ਵਿਨਾਸ਼। ਇਹਨੂੰ ਇਸ ਕਰਕੇ ਢੱਕਿਆ ਕਿ ਕਿਤੇ ਅਕਿਰਤ ਕਾਣ ਦੀ ਨਿਗਾਹ ਨਾ ਪੈ ਜਾਵੇ ਇਹਦੇ ਉੱਪਰ। ਹਾਲਾਂਕਿ ਕਿੱਡੀਆਂ ਅਪਵਿੱਤਰ ਚੀਜ਼ਾਂ ਨੇ ਜਿੰਨੀਆਂ ਭਾਈ ਗੁਰਦਾਸ ਜੀ ਨੇ ਇੱਥੇ ਗਿਣੀਆਂ ਨੇ। ਕਹਿਣ ਲੱਗੇ ਉਸ ਅਪਵਿੱਤਰ ਚੀਜ਼ਾਂ ਦੇ ਨਾਲੋਂ ਵੀ ਅਕਿਰਤ ਕਾਣ ਦੀ ਨਿਗਾਹ ਮਾੜੀ ਹੈ, ਏਡਾ ਨੀਵਾਂ ਹੈ ਅਕਿਰਤ ਕਾਣ। ਤੇ ਕਿਰਤ ਕਾਣ ਕਹਿੰਦੇ ਕਿਹਨੂੰ ਹੈ? ਜਿਹੜਾ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਵੇ। ਕਿਸੇ ਕੋਲੋਂ ਅਸੀਂ ਕੁਝ ਲੈ ਲਿਆ, ਅਸੀਂ ਫਿਰ ਉਹਨੂੰ ਕਦੇ ਯਾਦ ਹੀ ਨਹੀਂ ਕੀਤਾ। ਤਾਂ ਹੀ ਤਾਂ ਧਰਤੀ ਨੇ ਪੁਕਾਰ ਕੀਤੀ ਸੀ ਨਾ, ਜਦੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਏ ਨੇ ਧਰਤੀ ਤੇ। ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰ ਪੜ੍ਹਦੇ ਹਾਂ ਕਿ ਧਰਤੀ ਪੁਕਾਰ ਕਰਦੀ ਕਿ ਮੇਰੇ ਕੋਲੋਂ ਭਾਰ ਨਹੀਂ ਝੱਲਿਆ ਜਾਂਦਾ, ਤੇ ਨਿਰੰਕਾਰ ਪੁੱਛਦਾ ਕਿਸ ਚੀਜ਼ ਦਾ ਭਾਰ ਹੈ? ਵਨਸਪਤੀ ਦਾ ਭਾਰ ਹੈ, ਮਨੁੱਖ ਜ਼ਿਆਦੇ ਹੋ ਗਏ ਉਹਨਾਂ ਦਾ ਭਾਰ ਹੈ, ਨਦੀਆਂ ਨਾਲੇ ਦਰਿਆ, ਕਿਸ ਚੀਜ਼ ਦਾ ਭਾਰ ਨਹੀਂ ਝੱਲਿਆ ਜਾਂਦਾ। ਧਰਤੀ ਕਹਿੰਦੀ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ, ਪਰ ਧਰਤੀ ਦੇ ਉੱਪਰ ਅਕਿਰਤ ਕਣਤਾ ਇੰਨੀ ਹੋ ਗਈ ਕਿ ਕਿਰਤ ਕਣ ਦਾ ਭਾਰ ਨਹੀਂ ਚੁੱਕਿਆ ਜਾਂਦਾ ਮੇਰੇ ਕੋਲੋਂ। ਲੋਕ ਕਿਰਤ ਕਣਤਾ ਵਾਲੇ ਧਰਮ ਛੱਡ ਦਿੱਤਾ ਹੈ ਸਾਰਿਆਂ ਨੇ। ਲੋਕੀ ਇੱਕ ਦੂਜੇ ਨੂੰ ਖਾਣ ਦੇ ਉੱਪਰ ਤੁੱਲੇ ਹੋਏ ਨੇ। ਰਾਜੇ ਜਿਹੜੇ ਨੇ ਉਹ ਸੀਹ ਮੁਕੰਦਮ ਕੁੱਤੇ, ਉਹਨਾਂ ਦੀ ਹਾਲਤ ਇੱਦਾਂ ਦੀ ਬਣ ਗਈ ਹੈ, ਹਲਕਾਇਆ ਕੁੱਤਿਆਂ ਦੀ ਤਰ੍ਹਾਂ ਹੋ ਗਏ ਨੇ। ਉਹਨਾਂ ਦੇ ਵਜ਼ੀਰ ਜਿਹੜੇ ਨੇ ਉਹਨਾਂ ਨੂੰ ਪੁੱਠੀਆਂ ਸਲਾਹਾਂ ਦਿੰਦੇ ਨੇ। ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ, ਉਹਨਾਂ ਦੀਆਂ ਘਰ ਵਾਲੀਆਂ ਪੁੱਠੀਆਂ ਸਲਾਹਾਂ ਦਿੰਦੀਆਂ ਉਹਨਾਂ ਨੂੰ ਕਿ ਇੱਦਾਂ ਦਾ ਕੰਮ ਕਰੋ ਤੁਸੀਂ।
ਇਸ ਕਰਕੇ ਇੰਨੀ ਅਕਿਰਤ ਕਣਤਾ ਹੋ ਗਈ ਹੈ ਕਿ ਮੇਰੇ ਕੋਲੋਂ ਹੁਣ ਇਹਨਾਂ ਦਾ ਭਾਰ ਨਹੀਂ ਚਲਿਆ ਜਾਂਦਾ। ਫਿਰ ਨਿਰੰਕਾਰ ਨੂੰ ਆਪਣਾ ਸਰੂਪ ਧਾਰਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਆਏ ਇਸ ਧਰਤੀ ਦੇ ਉੱਪਰ। ਇਸ ਕਰਕੇ ਇੱਥੇ ਸਤਿਗੁਰੂ ਕਹਿ ਰਹੇ ਨੇ, ਜਿਸ ਕਾ ਦੀਆ ਪਹਿਨੇ ਖਾਏ ਤਿਸ ਸਿਉ ਆਲਸ ਕਿਉ ਬਣੇ ਮਾਏ, ਖਸਮ ਵਿਸਾਰ ਆਨ ਕਮ ਲਾਗੇ, ਕੌਡੀ ਬਦਲੇ ਰਤਨ ਤਿਆਗੇ। ਜੇ ਅਸੀਂ ਪਰਮੇਸ਼ਰ ਨੂੰ ਭੁੱਲਦੇ ਆ ਨਾ, ਤੇ ਇਦਾਂ ਹੋ ਗਿਆ ਹੈ ਕਿ ਅਸੀਂ ਇੱਕ ਰਤਨਾਂ ਦੇ ਬਦਲੇ ਕੌਡੀਆਂ ਜਿਹੜੀਆਂ ਉਹ ਖਰੀਦੀ ਜਾਂਦੇ ਆ। ਕੌਡੀਆਂ ਦਾ ਅਸੀਂ ਸਾਰਾ ਕੁਝ ਇਕੱਠਾ ਕਰੀ ਜਾਂਦੇ ਆ, ਸਵਾਸਾ ਰੂਪੀ ਰਤਨ ਜਿਹੜਾ ਸਾਡੇ ਕੋਲੋਂ ਨਿਕਲਦਾ ਜਾ ਰਿਹਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਹੀਂ, ਸਦਾ ਹੀ ਉਹਨੂੰ ਯਾਦ ਕਰਿਆ ਕਰ, ਜਿਹਦੀ ਕਿਰਪਾ ਦੇ ਨਾਲ ਤੂੰ ਸਾਰਾ ਕੁਝ ਛਕ ਰਿਹਾ ਹੈ। ਨਹੀਂ ਤਾਂ ਉਹ ਵੀ ਸਮਾਂ ਦੂਰ ਨਹੀਂ ਜਦੋਂ ਖਾਂਦਿਆਂ ਮੂੰਹ ਘੱਟਾ, ਪਹਿਨਾਉਂਦਿਆਂ ਸਭ ਅੰਗ, ਨਾਨਕ ਧ੍ਰਿਗ ਤਿਨਾ ਕਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਕਹਿਣ ਲੱਗੇ ਭੋਜਨ ਖਾਂਦਿਆਂ ਮੂੰਹ ਦੇ ਦੰਦ ਕੱਸ ਗਏ, ਖਾਂਦਿਆਂ ਮੂੰਹ ਇਕੱਠਾ, ਪਹਿਨਾਉਂਦਿਆਂ ਸਭ ਅੰਗ। ਕਹਿਣ ਲੱਗੇ ਸਰੀਰ ਦੇ ਉੱਪਰ ਪਹਿਨਦਿਆਂ ਸਰੀਰ ਦਾ ਕਿੰਨਾ ਸਮਾਂ ਨਿਕਲ ਗਿਆ। ਨਾਨਕ ਧ੍ਰਿਗ ਤਿਨਾ ਕਾ ਜੀਵਿਆ, ਪਰ ਜਿੰਨੇ ਖਾਂਦਿਆਂ ਉਮਰ ਕੱਢ ਦਿੱਤੀ, ਪਹਿਨਦਿਆਂ ਉਮਰ ਨਿਕਲ ਗਈ ਹੈ, ਕਦੇ ਵੀ ਪ੍ਰਮਾਤਮਾ ਨੂੰ ਚੇਤੇ ਨਹੀਂ ਕੀਤਾ। ਤੇ ਸਤਿਗੁਰੂ ਕਹਿੰਦੇ ਲਾਹਨਤ ਹੈ ਫਿਰ ਉਹੋ ਜਿਹੇ ਜੀਵਨ ਤੇ। ਧ੍ਰਿਗ ਕਿਸੇ ਨੂੰ 100 ਲਾਹਨਤ ਪਾਈਏ ਤੇ ਇੱਕ ਧ੍ਰਿਗ ਬਣਦੀ ਹੈ। ਕਹਿਣ ਲੱਗੇ ਇੰਨੀਆਂ ਲਾਹਨਤਾਂ ਨੇ ਉਸ ਨੂੰ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਇਸ ਕਰਕੇ ਸਾਨੂੰ ਸਤਿਗੁਰੂ ਕਹਿ ਰਹੇ, ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰੱਖ ਮਨ ਮਾਹੇ। ਭਾਈ ਉਹਨੂੰ ਕਦੇ ਨਾ ਭੁਲਾ, ਸਦਾ ਹੀ ਉਹਨੂੰ ਚੇਤੇ ਦੇ ਵਿੱਚ ਰੱਖ। ਜਿਹੇ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕਉ ਸਿਮਰਤ ਪਰਮਗਤ ਪਾਵੈ। ਜਿਹਦੀ ਕਿਰਪਾ ਦੇ ਨਾਲ ਆ ਸੁਗੰਧੀਆਂ ਲਾਉਣਾ ਹੈ ਆਪਣੇ ਸਰੀਰ ਦੇ ਉੱਪਰ, ਕਈ ਪ੍ਰਕਾਰ ਦੇ ਤੂੰ ਅਤਰ ਫਲੇਲੇ ਲਾਉਣਾ ਨਾ ਕਿ ਮੇਰੇ ਕੋਲੋਂ ਵਾਸ਼ਨਾ ਆਵੇ ਚੰਗੀ, ਇਹ ਕਿਹਦੀ ਕਿਰਪਾ ਹੈ? ਉਹਦੀ ਕਿਰਪਾ ਦੇ ਨਾਲ ਹੀ ਹੈ। ਤੈਨੂੰ ਸੁੰਦਰ ਸਰੀਰ ਪ੍ਰਮਾਤਮਾ ਨੇ ਦਿੱਤਾ ਹੈ, ਚੰਗਾ ਪਹਿਨਣ ਨੂੰ ਦਿੱਤਾ ਹੈ, ਉਹਦੇ ਉੱਪਰ ਫਿਰ ਤੈਨੂੰ ਖੁਸ਼ਬੂ ਲਾਉਣ ਵਾਸਤੇ ਦਿੱਤੀ ਹੈ। ਸੁਗੰਧਤ ਲਾਵੇ, ਸੁਗੰਧਤ ਤਨ ਲਾਵੇ, ਕਈ ਪ੍ਰਕਾਰ ਦੀਆਂ ਤੂੰ ਸੁਗੰਧੀਆਂ ਵਰਤਦਾ ਹੈ ਨਾ। ਪਰ ਸਤਿਗੁਰੂ ਇਹ ਸਾਨੂੰ ਕਿਉਂ ਚੇਤੇ ਕਰਾ ਰਹੇ ਨੇ? ਸਤਿਗੁਰੂ ਕਹਿੰਦੇ ਠੀਕ ਹੈ, ਸਾਰਾ ਕੁਝ ਤੇਰੇ ਕੋਲ ਹੈ, ਪਰ ਇੱਕੋ ਗੱਲ ਹੀ ਚੇਤੇ ਰੱਖਣੀ ਹੈ ਕਿ ਜੇ ਪ੍ਰਸਾਦ ਹੀ ਉਹਦੀ ਕਿਰਪਾ ਦੇ ਨਾਲ ਹੀ ਹੈ, ਉਹਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੈ। ਜੇ ਇਹ ਭੁੱਲ ਗਏ, ਉਹਦੀ ਕਿਰਪਾ ਵਿੱਚੋਂ ਨਿਕਲ ਗਈ, ਫਿਰ ਤਾਂ ਸਤਿਗੁਰੂ ਕਹਿੰਦੇ ਨਾਮ ਬਿਨਾਂ ਜੋ ਪਹਿਰੇ ਖਾਏ, ਜੋ ਕੂਕਰ ਜੂਠਣ ਮੈਂ ਪਾਈ। ਜਿੱਦਾਂ ਫਿਰ ਉਹ ਕੁੱਤਾ ਜੂਠੇ ਬਰਤਨਾਂ ਦੇ ਵਿੱਚ ਜਾ ਕਰਕੇ ਮੂੰਹ ਮਾਰਦਾ ਫਿਰਦਾ ਹੈ, ਕਹਿਣ ਲੱਗੇ ਜਿਹੜਾ ਨਾਮ ਤੋਂ ਬਿਨਾਂ ਖਾਂਦਾ ਤੇ ਪਹਿਨਦਾ, ਉਦਾਂ ਦੀ ਹਾਲਤ ਹੈ ਉਹਦੀ। ਨਾਮ ਬਿਨਾਂ ਜੇਤਾ ਵਿਵਹਾਰ, ਜੋ ਮਿਰਤਕ ਮਿਥਿਆ ਸੀਗਾਰ। ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਜਿੰਨੀਆਂ ਮਰਜ਼ੀ ਸੁਗੰਧੀਆਂ ਲਾ ਲੈ, ਜਿੰਨਾ ਮਰਜ਼ੀ ਚੰਗਾ ਪਹਿਰਾਵਾ ਪਾੜਾ ਆਪਣੇ ਸਰੀਰ ਦੇ ਉੱਪਰ, ਨਾਮ ਬਿਨਾਂ ਜੇਤਾ ਵਿਵਹਾਰ, ਜੇ ਨਾਮ ਨਹੀਂ ਨਾ ਹੈਗਾ, ਜੋ ਮਿਰਤਕ ਮਿਥਿਆ ਸੀਗਾਰ। ਕੀ ਮੁਰਦੇ ਨੂੰ ਖੱਪਣ ਪਾ ਦਿੱਤਾ ਤੇ ਜੂੰਦੇ ਨੇ ਕੱਪੜੇ ਪਾਲੇ। ਸਤਿਗੁਰੂ ਕਹਿੰਦੇ ਇੱਕੋ ਬਰਾਬਰ ਹੀ ਨੇ, ਉਹਨਾਂ ਦੇ ਵਿੱਚ ਫਰਕ ਕੋਈ ਨਹੀਂ ਹੈ। ਗੁਰਬਾਣੀ ਦੀਆਂ ਪੰਕਤੀਆਂ ਨੇ, ਜੋ ਮਿਰਤਕ ਮਿਥਿਆ ਸੀਗਾਰ। ਜਿੱਦਾਂ ਕਹਿਣ ਲੱਗੇ ਮੁਰਦੇ ਦਾ ਕੋਈ ਸ਼ਿੰਗਾਰ ਕਰ ਲਵੇ ਤੇ ਜੀਂਦੇ ਜੀ ਨਾਮ ਤੋਂ ਟੁੱਟੇ ਦਾ ਸ਼ਿੰਗਾਰ ਕਰ ਲਵੇ, ਦੋਨਾਂ ਦੀ ਬਰਾਬਰੀ ਇੱਕੋ ਜੀ ਹੋਵੇਗੀ। ਉਹ ਜੀਂਦਾ ਹੀ ਮਰਿਆ ਹੋਇਆ, ਚਲੋ ਉਹਦੇ ਤੇ ਸਵਾਸ ਪੂਰੇ ਹੋਏ, ਉਹਨੂੰ ਤਾਂ ਪਾਉਣਾ ਹੀ ਪਾਉਣਾ। ਇੱਕ ਜੀਂਦਾ ਜੀ ਕਹਿਣ ਲੱਗੇ ਖਤਮ ਹੋ ਗਿਆ, ਕਿਉਂਕਿ ਉਹ ਕਿਰਤ ਕਣ ਬਣ ਗਿਆ ਤੇ ਉਹਨੂੰ ਪਰਮੇਸ਼ਰ ਭੁੱਲ ਗਿਆ ਹੈ। ਜੇ ਪ੍ਰਸਾਦ ਸੁਗੰਧ ਤਨ ਲਾਵੇ, ਭਾਈ ਜਿਹਦੀ ਕਿਰਪਾ ਦੇ ਨਾਲ ਸੁਗੰਧੀਆਂ ਲਾਉਣਾ ਹੈ, ਤਿਸ ਕੋ ਸਿਮਰਤ ਪਰਮਗਤ ਪਾਵੇ। ਉਹਨੂੰ ਹੀ ਸਿਮਰ ਕਰਕੇ ਆਪਾਂ ਨੂੰ ਪਰਮਗਤ ਵੀ, ਕੇਵਲ ਮੁਕਤੀ ਜਿਹੜੀ ਹੈ, ਕੇਵਲ ਮੁਕਤੀ ਜਿਹੜੀ ਉਹਦੀ ਪ੍ਰਾਪਤੀ ਹੋਣੀ ਹੈ। ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਹੁਣ ਜਿਹਦੀ ਕਿਰਪਾ ਦੇ ਨਾਲ ਆਪਾਂ ਚੰਗੇ ਘਰ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਸੁੰਦਰ ਮਹੱਲ ਦਿੱਤਾ ਹੋਇਆ ਹੈ। ਜੇ ਪ੍ਰਸਾਦ ਬਸੇ ਸੁਖ ਮੰਦਰ, ਜਿਹੜੇ ਘਰ ਤੈਨੂੰ ਦਿੱਤੇ ਹੋਏ ਨੇ, ਤੂੰ ਕਿੱਡੇ ਆਨੰਦ ਦੇ ਨਾਲ ਆਪਣਾ ਉੱਥੇ ਜੀਵਨ ਬਤੀਤ ਕਰ ਰਿਹਾ ਹੈ। ਪਰ ਉਹਨਾਂ ਚੀਜ਼ਾਂ ਵੱਲ ਵੇਖ ਕਰਕੇ ਨਾ ਕਿਹਾ ਕਰਕੇ ਮੈਂ ਉਹ ਬਣਾਈ, ਮੈਂ ਉਹ ਮਿਹਨਤ ਕੀਤੀ, ਆਹ ਚੀਜ਼ ਮੈਂ ਬਣਾ ਲਈ, ਸਭ ਤੋਂ ਚੰਗੀ ਮੈਂ ਬਣਾ ਲਈ। ਸਤਿਗੁਰੂ ਕਹਿਣ ਲੱਗੇ ਤਿਸੇ ਧਿਆਏ ਸਦਾ ਮਨ ਅੰਦਰ। ਘਰ ਵੱਲ ਨੂੰ ਵੇਖ ਕਰਕੇ ਤੇ ਪ੍ਰਮਾਤਮਾ ਚੇਤੇ ਆਉਣਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਇਹ ਵੀ ਇੱਕ ਭਗਤੀ ਹੈ। ਇੱਕ ਤਾਂ ਆਪਾਂ ਨਾਮ ਜਪਣਾ, ਇੱਕ ਹਰ ਇੱਕ ਚੀਜ਼ ਨੂੰ ਚੇਤੇ ਕਰਕੇ ਵੇਖ ਕਰਕੇ ਪਰਮੇਸ਼ਰ ਚੇਤੇ ਆ ਜਾਵੇ। ਜਦੋਂ ਘਰ 'ਚ ਬੈਠਦਾ ਹੈ ਨਾ, ਸ਼ਾਮ ਨੂੰ ਪ੍ਰਸ਼ਾਦਾ ਪਾਣੀ ਛਕਦਾ ਹੈ,
ਉਦੋਂ ਇਹ ਸੋਚਿਆ ਕਰਕੇ ਵੇਖ ਕਿੱਡੀ ਪ੍ਰਮਾਤਮਾ ਨੇ ਮੇਰੇ ਉੱਪਰ ਕਿਰਪਾ ਕੀਤੀ ਹੈ। ਸਤਿਗੁਰੂ ਮੈਂ ਐਡੇ ਜੋਗਾ ਹੈ ਤਾਂ ਨਹੀਂ ਸੀ, ਪਰ ਤੂੰ ਮੈਨੂੰ ਬਣਾ ਦਿੱਤਾ ਹੈ, ਤੇਰੀ ਕਿਰਪਾ ਹੈ, ਰਹਿਮਤ ਹੈ ਮੇਰੇ ਉੱਪਰ। ਤੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਨਹੀਂ ਹੈ, ਘਰ ਤੇ ਬੜਾ ਸੁੰਦਰ ਬਣਾਇਆ ਹੋਇਆ ਹੈ, ਪਰ ਕਦੇ ਪ੍ਰਮਾਤਮਾ ਨੂੰ ਚੇਤੇ ਨਹੀਂ ਕੀਤਾ। ਤੇ ਭਗਤ ਕਬੀਰ ਜੀਆਂ ਨੂੰ ਪੁੱਛੀਏ ਤਾਂ ਭਗਤ ਜੀ ਕਹਿੰਦੇ ਕਬੀਰ ਜਾਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੀ, ਤੇ ਕਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਹੀ। ਭਗਤ ਜੀ ਕਹਿੰਦੇ ਉੱਥੇ ਬੰਦੇ ਨਹੀਂ ਭੂਤ ਨਹੀਂ ਵਸਦੇ ਜਿੱਥੇ ਪਰਮੇਸ਼ਰ ਦਾ ਨਾਮ ਨਿਕਲ ਜਾਵੇ। ਕਈ ਵਾਰੀ ਆਪਾਂ ਕਹਿੰਦੇ ਆ ਨਾ ਸਾਡੇ ਆਂਢ ਗੁਆਂਢ ਵਿੱਚ ਇਦਾਂ ਲੱਗਦਾ ਲੜਦੇ ਰਹਿੰਦੇ ਜਿੱਦਾਂ ਭੂਤ ਨੇ ਰਹਿੰਦੇ ਹੋਣ। ਤਾਂ ਭਗਤ ਕਬੀਰ ਜੀ ਕਹਿੰਦੇ ਹਾਲਤ ਕਿਉਂ ਬਣਦੀ ਹੈ? ਕਿਉਂਕਿ ਕਬੀਰ ਜਾਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾ, ਜਿੱਥੇ ਕਦੇ ਕਿਸੇ ਨੇ ਪਰਮੇਸ਼ਰ ਨੂੰ ਯਾਦ ਹੀ ਨਹੀਂ ਕੀਤਾ, ਜਿੱਥੇ ਕਦੇ ਕਿਸੇ ਨੇ ਨਾਮ ਹੀ ਨਹੀਂ ਲਿਆ, ਗੁਰਬਾਣੀ ਨਹੀਂ ਪੜ੍ਹੀ, ਅਕਿਰਤ ਘਣਤਾ ਹੀ ਬੜੀ ਹੋਈ ਹੈ ਆਣ ਕਰਕੇ। ਤਾਂ ਹੀ ਤਾਂ ਸਤਿਗੁਰਾਂ ਨੇ ਸਾਨੂੰ ਹੀ ਮਰਜ਼ਾਦਾ ਦਿੱਤੀ ਹੈ ਨਾ ਕਿ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਪਾਣ ਕਰ, ਪੰਜਾਂ ਬਾਣੀਆਂ ਦਾ ਨਿਤਨੇਮ ਕਰ, ਫਿਰ ਜਾ ਕਰਕੇ ਰਸੋਈ ਦਾ ਦਰਵਾਜ਼ਾ ਖੋਲ੍ਹ, ਪ੍ਰਸ਼ਾਦਾ ਛਕਣਾ ਤਾਂ ਵੀ ਗੁਰਬਾਣੀ ਪੜ੍ਹੀ ਚੱਲ ਨਾਲ ਦੀ ਨਾਲ। ਜਿਹੜੀ ਚੀਜ਼ ਆਪਾਂ ਬਣਾ ਰਹੇ ਹਾਂ ਉਹਦੇ ਉੱਪਰ ਵੀ ਗੁਰਬਾਣੀ ਦਾ ਅਸਰ ਹੋਣਾ, ਕਿਉਂਕਿ ਜਿੱਦਾਂ ਦਾ ਆਪਾਂ ਛਕਦੇ ਹਾਂ ਉੱਦਾਂ ਦਾ ਹੀ ਸਾਡੇ ਅੰਦਰ ਸਾਰਾ ਕੁਝ ਚੱਲਣਾ ਹੈ। ਫਿਰ ਜਦੋਂ ਅਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਤਾਂ ਵੀ ਗੁਰਬਾਣੀ ਪੜ੍ਹੀਏ ਨਾਲ ਦੀ ਨਾਲ। ਫਿਰ ਛਕਣ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਭੋਗ ਲਵਾਈਏ ਕਿ ਸਤਿਗੁਰੂ ਤੁਸੀਂ ਛਕੋ ਪਹਿਲਾਂ, ਕਿਉਂਕਿ ਜਿਹੜਾ ਭੋਜਨ ਗੁਰੂ ਦੀ ਰਸਨਾ ਨੂੰ ਛੂਹ ਗਿਆ ਉਹ ਤਾਂ ਅੰਮ੍ਰਿਤ ਬਣ ਗਿਆ। ਫਿਰ ਜਦੋਂ ਆਪਾਂ ਛਕਾਂਗੇ ਫਿਰ ਆਪੇ ਹੌਲੀ ਹੌਲੀ ਸਾਡਾ ਸਾਰਾ ਮਾਹੌਲ ਜਿਹੜਾ ਹੈ ਉਹ ਚੇਂਜ ਹੋਣ ਲੱਗ ਪੈਣਾ, ਉੱਥੇ ਨਾਮ ਦੀ ਸੁਗੰਧੀ ਆਉਣ ਲੱਗ ਪੈਣੀ ਹੈ। ਪਰ ਜੇ ਆਪਾਂ ਸਵੇਰੇ ਉੱਠੇ ਉੱਦਾਂ ਹੀ ਮੂੰਹ ਵੀ ਨਾ ਧੋਤਾ ਤੇ ਨਾਮ ਵੀ ਨਾ ਜਪਿਆ, ਉੱਠ ਕਰਕੇ ਜਦੋਂ ਕੁਝ ਤਿਆਰ ਕਰਨਾ ਉਦੋਂ ਵੀ ਆਪਾਂ ਕਈ ਕੁਝ ਵੇਖੀ ਗਏ ਨਾਲ ਦੀ ਨਾਲ ਫੋਨ ਲਾ ਕਰਕੇ, ਫਿਰ ਉਹੋ ਜਿਹੀਆਂ ਚੀਜ਼ਾਂ ਹੀ ਅਸਰ ਕਰਦੀਆਂ ਨੇ, ਉਹੋ ਜਿਹੇ ਸਾਡੇ ਅੰਦਰ ਦਾ ਫਿਰ ਮਾਹੌਲ ਬਣ ਜਾਂਦਾ ਹੈ। ਇਸ ਕਰਕੇ ਤੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ, ਜੇ ਪ੍ਰਸਾਦ ਬਸੇ ਸੁਖ ਮੰਦਰ, ਤੂੰ ਘਰ ਵਿੱਚ ਰਹਿ ਰਿਹਾ ਹੈ, ਤੈਨੂੰ ਗੁਰੂ ਨੇ ਛੱਤ ਦਿੱਤੀ ਹੈ, ਉਹਨੂੰ ਸਦਾ ਹੀ ਧਿਆਇਆ ਕਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ ਘਰ ਵਿੱਚ ਰਹਿ ਵੀ ਰਿਹਾ ਹੈ ਤੇ ਸੁੱਖਾਂ ਦੇ ਨਾਲ ਵਸ ਰਿਹਾ ਹੈ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਜਿੱਥੇ ਤੈਨੂੰ ਘਰ ਵੀ ਮਿਲਿਆ ਹੈ, ਤੈਨੂੰ ਪਰਿਵਾਰ ਵੀ ਮਿਲਿਆ ਹੈ, ਤੇ ਬੜੀ ਵੱਡੀ ਖੁਸ਼ੀ ਹੈ ਤੇਰੇ ਕੋਲ, ਤੇਰੀ ਔਲਾਦ ਚੰਗੀ ਹੈ, ਤੇਰੇ ਆਖੇ ਲੱਗਦੀ ਹੈ, ਤੇਰਾ ਜੀਵਨ ਸਾਥੀ ਚੰਗਾ ਹੈ, ਕੋਈ ਝਗੜਾ ਨਹੀਂ ਘਰ ਦੇ ਵਿੱਚ, ਬੜੇ ਆਰਾਮ ਦੇ ਨਾਲ ਤੇਰੇ ਦਿਨ ਬਤੀਤ ਹੋ ਰਹੇ ਨੇ। ਇਹ ਵੀ ਸ਼ੁਕਰਾਨਾ ਕਰਿਆ ਕਰ ਸਤਿਗੁਰੂ ਤੁਹਾਡੀ ਕਿਰਪਾ ਏ। ਨਹੀਂ ਤਾਂ ਇੱਥੇ ਧਨ ਦੌਲਤ ਦੀ ਕਮੀ ਨਹੀਂ ਹੈ ਕਈਆਂ ਦੇ ਕੋਲ, ਮਹੱਲ ਬੜੇ ਬੜੇ ਉੱਚੇ ਨੇ, ਪਰ ਉਹਨਾਂ ਘਰਾਂ ਦੇ ਵਿੱਚ ਰਹਿਣ ਵਾਲਿਆਂ ਦੀ ਇੰਨੀ ਜ਼ਿੰਦਗੀ ਜਿਹੜੀ ਹੈ ਉਹ ਬਿਹਤਰ ਹੋ ਚੁੱਕੀ ਹੈ ਕਿ ਉਹ ਇੱਥੋਂ ਤੱਕ ਕਹਿੰਦੇ ਨੇ ਇਹਦੇ ਨਾਲੋਂ ਮੌਤ ਆ ਜਾਵੇ ਤਾਂ ਚੰਗੀ ਹੈ। ਕਿਉਂਕਿ ਇੱਟਾਂ ਦੇ ਨਾਲ ਤੇ ਧਨ ਦੇ ਨਾਲ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਜਿਸ ਘਰ ਦੇ ਅੰਦਰ ਰਹਿ ਕਰਕੇ ਸਤਿਗੁਰੂ ਕਹਿੰਦੇ ਤੂੰ ਹਰ ਇੱਕ ਪਲ ਤੇਰਾ ਸੁਖੀ ਨਿਕਲ ਰਿਹਾ ਹੈ, ਕਿਉਂਕਿ ਜੇ ਤੇਰੇ ਬੱਚੇ ਤੇਰੇ ਆਖੇ ਲੱਗ ਰਹੇ ਨੇ, ਤੇਰੇ ਕਹਿਣੇ ਦੇ ਵਿੱਚ ਹੈ ਤੇ ਤੈਨੂੰ ਸੁੱਖ ਹੈ। ਜੇ ਉਹ ਕਹਿਣੇ ਤੋਂ ਬਾਹਰ ਹੋ ਗਏ ਤੇ ਇਹਦੇ ਤੋਂ ਵੱਡਾ ਦੁੱਖ ਕੋਈ ਨਹੀਂ ਹੈ। ਜੇ ਤੇਰਾ ਜੀਵਨ ਸਾਥੀ ਤੇਰੇ ਕਹਿਣੇ ਦੇ ਵਿੱਚ ਹੈ, ਤੁਹਾਡੀ ਨਿਭ ਰਹੀ ਹੈ ਚੰਗੀ ਆਪਸ ਦੇ ਵਿੱਚ, ਇਹਦੇ ਤੋਂ ਵੱਡਾ ਸਵਰਗ ਕੋਈ ਨਹੀਂ ਹੈ। ਤੇ ਜੇ ਇਹ ਇੱਕ ਦੂਜੇ ਦੀ ਮੱਤ ਬਦਲ ਗਈ, ਇਹਦੇ ਤੋਂ ਵੱਡਾ ਫਿਰ ਉਹੀ ਘਰ ਜਿਹੜਾ ਉਹ ਨਰਕ ਦਾ ਰੂਪ ਧਾਰਨ ਕਰ ਜਾਂਦਾ ਹੈ। ਇਸ ਕਰਕੇ ਸਤਿਗੁਰੂ ਇੱਥੇ ਸਾਨੂੰ ਵਾਰ-ਵਾਰ ਸਮਝਾਉਂਦੇ ਨੇ, ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਘਰ ਵੀ ਮਿਲਿਆ ਹੈ ਤੇ ਪਰਿਵਾਰ ਵੀ ਬੜਾ ਚੰਗਾ ਮਿਲਿਆ ਤੈਨੂੰ, ਉਹਦੀ ਕਿਰਪਾ ਦੇ ਨਾਲ ਤੂੰ ਬੜੇ ਸੁੱਖ ਦੇ ਨਾਲ ਰਹਿ ਰਿਹਾ ਹੈ। ਤੇ ਕੀ ਕਰਨਾ ਹੈ ਫਿਰ ਆਪਾਂ? 8 ਪਹਿਰ ਸਿਮਰੋ ਤਿਸ ਰਸਨਾ, ਫਿਰ ਤੇ 8 ਪਹਿਰ ਹੀ ਤੈਨੂੰ ਪਰਮੇਸ਼ਰ ਨਹੀਂ ਭੁੱਲਣਾ ਚਾਹੀਦਾ। 8 ਪਹਿਰ ਬਣਦੇ ਨੇ, ਜਿੱਦਾਂ ਆਪਾਂ 4 ਪਹਿਰ ਦੀ ਰਾਤ ਤੇ 4 ਪਹਿਰ ਦਾ ਦਿਨ, 8 ਪਹਿਰ ਹੋ ਗਏ। ਸਤਿਗੁਰੂ ਕਹਿੰਦੇ ਰਾਤ ਦਿਨ ਹੀ ਨਾ ਭੁੱਲ ਉਹਨੂੰ ਚੇਤੇ ਕਰੀ ਚੱਲ, ਵਾਰ-ਵਾਰ ਇਹ ਸ਼ੁਕਰਾਨਾ ਹੀ ਕਰੀ ਜਾ, ਸਤਿਗੁਰੂ ਤੇਰੀ ਕਿਰਪਾ, ਤੇ ਕਿਰਪਾ ਇਦਾਂ ਹੀ ਬਣਾਈ ਰੱਖੀ ਮੇਰੇ ਉੱਪਰ, ਜਿੰਨਾ ਚਿਰ ਮੇਰੇ ਸਵਾਸ ਚੱਲਣੇ ਨੇ ਮੈਂ ਸੁਖੀ ਰਵਾਂ, ਤੇਰੇ ਨਾਮ ਦੇ ਨਾਲ ਜੁੜਿਆ ਹੀ ਰਵਾਂ। ਜੇ ਪ੍ਰਸਾਦ ਰੰਗ ਰਸ ਭੋਗ, ਜਿਹਦੀ ਕਿਰਪਾ ਦੇ ਨਾਲ ਅਸੀਂ ਰੰਗ ਰਸ ਤੇ ਭੋਗ, ਜ਼ਿੰਦਗੀ ਦੇ ਅੰਦਰ ਹਰ ਇੱਕ ਰਸ ਹੈ ਸਾਡੇ ਕੋਲ। ਰੰਗ ਹੁੰਦਾ ਜੋ ਅਸੀਂ ਸਾਰਾ ਕੁਝ ਦੇਖ ਰਹੇ ਅੱਖਾਂ ਦੇ ਨਾਲ, ਭੋਗ ਦਾ ਅਰਥ ਹੁੰਦਾ ਜੋ ਕੁਝ ਅਸੀਂ ਭੋਗ ਰਹੇ ਹਾਂ। ਤੇਰਾ ਛਕਣ ਵਾਸਤੇ ਮੈਨੂੰ ਦਿੱਤਾ ਹੋਇਆ ਸਾਰਾ ਕੁਝ, ਵੇਖਣ ਦੇ ਵਾਸਤੇ ਸਤਿਗੁਰੂ ਤੂੰ ਆ 2 ਨੈਣ ਦਿੱਤੇ ਹੋਏ ਨੇ,
ਤੇ ਹਰ ਇੱਕ ਚੀਜ਼ ਦੀ ਸਮਰੱਥਾ ਦਿੱਤੀ ਹੋਈ ਹੈ ਮੈਨੂੰ ਭੋਗਣ ਦੇ ਵਾਸਤੇ। ਤੇਰੀ ਕਿਰਪਾ ਹੀ ਹੈ, ਇਹ ਰਹਿਮਤ ਮੇਰੇ ਉੱਪਰ। ਤੇ ਸਤਿਗੁਰੂ ਫਿਰ ਸਾਨੂੰ ਅਖੀਰਲੀ ਪੰਕਤੀ ਚ ਆਖਦੇ ਨੇ, ਨਾਨਕ ਸਦਾ ਧਿਆਈ ਹੈ ਧਿਆਵਣ ਜੋਗ। ਕਹਿਣ ਲੱਗੇ ਸਤਿਗੁਰੂ ਕਹਿੰਦੇ ਉਹਨੂੰ ਸਦਾ ਹੀ ਧਿਆ। ਕਿਉਂ? ਕਿਉਂਕਿ ਉਹ ਧਿਆਵਣ ਜੋਗ, ਉਹ ਧਿਆਉਣ ਦੇ ਯੋਗ ਹੈ, ਜਿਹਨੇ ਇੰਨਾ ਕੁਝ ਸਾਨੂੰ ਦਿੱਤਾ ਹੋਇਆ ਹੈ। ਐਵੇਂ ਬੰਦਿਆਂ ਦੇ ਮਗਰ ਨਾ ਲੱਗਾ ਫਿਰ, ਬੰਦਿਆਂ ਦੀ ਨਾ ਸਲੌਤਾ ਕਰਦਾ ਫਿਰਿਆ ਕਰ, ਫਲਾਣੇ ਨੇ ਮੈਨੂੰ ਆਹ ਦੇ ਦਿੱਤਾ, ਦੂਜੇ ਨੇ ਆਹ ਦੇ ਦਿੱਤਾ। ਨਹੀਂ, ਕਿਸੇ ਨੂੰ ਕੋਈ ਕੁਝ ਨਹੀਂ ਦਿੰਦਾ। ਗੱਲ ਨਿਬੇੜੀ ਏ ਸਤਿਗੁਰਾਂ ਨੇ, ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਣ ਕਉ ਏਕੈ ਭਗਵਾਨ। ਬੰਦਾ ਕਿਸੇ ਨੂੰ ਕੁਝ ਨਹੀਂ ਦਿੰਦਾ, ਜੇ ਦੇਵੇਗਾ ਵੀ ਤੇ ਤੈਨੂੰ ਜਨਾਵੇਗਾ ਵਾਰ-ਵਾਰ। ਉਹਦੇ ਮਨ ਦੇ ਅੰਦਰ ਇਹ ਹੋਣਾ ਹੈ ਕਿ ਕਿਤੇ ਨਾ ਕਿਤੇ ਮੈਂ ਕਿਸੇ ਨੂੰ ਦੱਸਾਂ ਕਿ ਇਹਨੇ ਮੇਰੇ ਕੋਲੋਂ ਕੁਝ ਲਿਆ ਸੀ। ਉਹਦੇ ਵਿੱਚ ਬੰਦੇ ਨੂੰ ਖੁਸ਼ੀ ਮਿਲਦੀ ਹੈ। ਪਰ ਪ੍ਰਮਾਤਮਾ ਇਦਾਂ ਨਹੀਂ ਕਰਦਾ। ਤੇ ਫਿਰ ਵਾਹਿਗੁਰੂ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੋਇਆ ਹੈ। ਇੱਕ ਇੱਕ ਪੰਕਤੀ ਦੇ ਦੁਆਰਾ ਸਤਿਗੁਰੂ ਸਾਨੂੰ ਸਮਝਾਉ ਰਹੇ ਨੇ। 36 ਪ੍ਰਕਾਰ ਦੇ ਭੋਜਨ ਦਿੱਤੇ ਨੇ, ਸਰੀਰ ਦਿੱਤਾ ਹੋਇਆ ਹੈ, ਚੰਗਾ ਪਹਿਨਣ ਲਈ, ਚੰਗਾ ਖਾਣ ਲਈ, ਚੰਗਾ ਘਰ-ਬਾਰ ਹੈ, ਸਾਡੇ ਕੋਲ ਐਸ਼ੋ ਆਰਾਮ ਹੈ। ਕਿੰਨਾ ਕੁਝ ਅਸੀਂ ਭੋਗ ਰਹੇ ਹਾਂ। ਕਦੇ ਉਹਨਾਂ ਵੱਲ ਖਿਆਲ ਮਾਰਿਆ ਕਰ ਜਿਨ੍ਹਾਂ ਕੋਲੇ ਸਾਰਾ ਕੁਝ ਨਹੀਂ ਹੈਗਾ, ਜਿਨ੍ਹਾਂ ਦੇ ਸਿਰ ਦੇ ਉੱਪਰ ਛੱਤ ਨਹੀਂ, ਪੈਰੀਂ ਜੋੜਾ ਨਹੀਂ, ਤਨ ਤੇ ਕੱਪੜੇ ਨਹੀਂ, ਜਿਹੜੇ ਹਰ ਇੱਕ ਰਸ ਨੂੰ ਭੋਗ ਨਹੀਂ ਸਕਦੇ, ਲੋਚਦੇ ਹੀ ਰਹਿੰਦੇ ਨੇ, ਤੇਰੇ ਵੱਲ ਦੇਖਦੇ ਨੇ। ਉਹਨਾਂ ਵੱਲ ਵੇਖ ਕਰਕੇ ਤੇ ਫਿਰ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰਿਆ ਕਰਕੇ, ਵਾਹਿਗੁਰੂ ਤੂੰ ਬੜੀ ਕਿਰਪਾ ਕੀਤੀ ਹੈ ਮੇਰੇ ਉੱਪਰ, ਮੈਨੂੰ ਇੱਥੋਂ ਤੱਕ ਲੈ ਗਿਆ ਤੇ ਇੰਨੇ ਜੋਗਾ ਮੈਨੂੰ ਤੂੰ ਬਣਾ ਦਿੱਤਾ ਹੈ। ਸਦਾ ਧਿਆਈਏ, ਸਤਿਗੁਰੂ ਕਹਿੰਦੇ ਸਦਾ ਹੀ ਧਿਆਵਣ ਜੋਗ। ਉਹ ਪਰਮੇਸ਼ਰ ਧਿਆਉਣ ਦੇ ਯੋਗ ਹੈ। ਉਹਦਾ ਨਾਮ ਆਪਾਂ ਨੂੰ ਜਪਣਾ ਚਾਹੀਦਾ ਹੈ, ਵਾਰ-ਵਾਰ ਉਸ ਵਾਹਿਗੁਰੂ ਨੂੰ ਆਪਾਂ ਨੂੰ ਚੇਤੇ ਕਰਨਾ ਚਾਹੀਦਾ। ਸੋ ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਾਂ ਨੂੰ 6ਵੀਂ ਅਸ਼ਟਪਦੀ ਦੇ ਸਲੋਕ ਦੇ ਦੁਆਰਾ ਤੇ ਪਹਿਲੀ ਪੌੜੀ ਦੇ ਦੁਆਰਾ ਇਹ ਕਿਰਪਾ ਤੇ ਰਹਿਮਤ ਕਰਕੇ ਉਪਦੇਸ਼ ਬਖਸ਼ਿਆ ਹੈ। ਇਹ ਸਾਰੀ ਅਸ਼ਟਪਦੀ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕਰਨਾ ਹੈ ਕਿ ਕੀ ਕੁਝ ਸਾਨੂੰ ਵਾਹਿਗੁਰੂ ਨੇ ਦਿੱਤਾ ਹੋਇਆ ਹੈ। ਸਾਨੂੰ ਸਤਿਗੁਰੂ ਕੋਈ ਮੇੜਾ ਨਹੀਂ ਮਾਰਦੇ, ਕਿਉਂਕਿ ਗੁਰੂ ਦਾਤ ਦੇ ਕਰਕੇ ਪਛੋ ਨਹੀਂ ਤਾਉਂਦਾ। ਸਤਿਗੁਰਾਂ ਨੇ ਜੋ ਕੁਝ ਵੀ ਸਾਨੂੰ ਦਿੱਤਾ ਹੈ ਨਾ, ਇਹਦੇ ਬਾਬਤ ਕੁਝ ਮੰਗਦੇ ਨਹੀਂ ਸਤਿਗੁਰੂ ਸਾਡੇ ਕੋਲੋਂ। ਸਾਨੂੰ ਇਹੋ ਹੀ ਸਮਝਾਉਂਦੇ ਨੇ ਤੈਨੂੰ ਇਹ ਮਿਲਿਆ ਹੈ, ਪਰ ਉਹਦਾ ਸ਼ੁਕਰਾਨਾ ਤੇ ਕਰਨਾ ਬਣਦਾ ਹੈ ਨਾ। ਕਿਉਂਕਿ ਇਹਦੇ ਅੰਦਰ ਵੀ ਸਤਿਗੁਰੂ ਸਾਨੂੰ ਉਪਦੇਸ਼ ਤਾਂ ਦਿੰਦੇ ਨੇ ਕਿਤੇ ਸਾਡੀ ਹਾਲਤ ਇਹ ਨਾ ਬਣ ਜਾਵੇ ਕਿ ਦਾਤ ਪਿਆਰੀ ਵਿਸਰਿਆ ਦਤਾਰਾ, ਕਿਤੇ ਦਾਤ ਨਾਲ ਜੁੜ ਜਾਈਏ ਤੇ ਦਾਤ ਦੇਣ ਵਾਲਾ ਪਰਮੇਸ਼ਰ ਚੇਤੇ ਹੀ ਨਾ ਰਵੇ। ਜੇ ਕੱਲੀ ਦਾਤ ਨਾਲ ਜੁੜ ਗਏ ਹੋ ਤੇ ਫਿਰ ਇਹਦੇ ਨਾਲ ਜੁੜਦਿਆਂ ਤੈਨੂੰ ਕਈ ਵਾਰੀ ਇੱਥੇ ਭੜਕਣਾ ਪੈਣਾ ਹੈ। ਤਾਂ ਸਤਿਗੁਰੂ ਸਾਨੂੰ ਚੇਤਾ ਕਰਾਉਂਦੇ ਨੇ ਕਿ ਜੋ ਕੁਝ ਮਿਲਿਆ ਹੈ ਇਹਨੂੰ ਦੇਣ ਵਾਲੇ ਦਾ ਸ਼ੁਕਰਾਨਾ ਕਰੀ ਚੱਲ, ਨਾਲੇ ਤੇ ਤੇਰੇ ਘਰ ਦੇ ਅੰਦਰ ਸੁੱਖ, ਨਾਲੇ ਤੂੰ ਸੁਖੀ, ਨਾਲੇ ਤੇਰਾ ਜੀਵਨ ਸੁਖੀ, ਨਾਲੇ ਤੇਰਾ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਇਸ ਕਰਕੇ ਪਰਮੇਸ਼ਰ ਨੂੰ ਕਦੇ ਨਾ ਭੁੱਲ। ਇਹ ਵਾਹਿਗੁਰੂ ਨੇ ਕਿਰਪਾ ਕਰਕੇ ਆਪਾਂ ਨੂੰ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ ਇੱਕ ਇੱਕ ਕਿਹਾ ਹੋਇਆ ਬਚਨ ਹਜ਼ੂਰ ਦਾ ਸਾਡੇ ਹਿਰਦੇ ਦੇ ਅੰਦਰ ਵਸ ਜਾਵੇ। ਸਤਿਗੁਰੂ ਅਸੀਂ ਤੁਹਾਨੂੰ ਇੱਕ ਨਿਮਕ ਵੀ ਨਾ ਭੁਲਾਈਏ, ਸਦਾ ਹੀ ਯਾਦ ਕਰਦੇ ਰਹੀਏ। ਘਰ 'ਚ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਤੇਰਾ ਨਾਮ ਹੀ ਸਾਡੀ ਰਸਨਾ ਤੇ ਵਸਿਆ ਰਵੇ। ਕਿਉਂ? ਜੇ ਸਿਮਰਾਂਗੇ ਸਵਾਸ ਸਵਾਸ ਤੇਰੀ ਬਖਸ਼ਿਸ਼ ਤੇ ਰਹਿਮਤ ਸਾਡੇ ਉੱਪਰ ਇਸੇ ਤਰ੍ਹਾਂ ਹੀ ਵਰਤਦੀ ਰਹੇਗੀ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅਗਾਹ ਵਾਸਤੇ ਸਤਿਗੁਰੂ ਜੀ ਕਿਰਪਾ ਕਰਨਾ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਆਪਾਂ ਨੂੰ ਇਸੇ ਤਰ੍ਹਾਂ ਹੀ ਪਾਵਨ ਗੁਰਬਾਣੀ ਦੇ ਨਾਲ ਜੋੜ ਕਰਕੇ ਰੱਖਣਾ। ਗੁਰੂ ਕੀ ਪਾਵਨ ਗੁਰਬਾਣੀ ਦੀ ਵਿਚਾਰ ਆਪਾਂ ਕਰਦੇ ਬੜੇ ਪ੍ਰੇਮ ਦੇ ਨਾਲ ਸਰਵਣ ਕਰਦੇ ਰਹੀਏ ਤੇ ਗੁਰੂ ਸਾਹਿਬ ਜੀ ਦੀਆਂ ਬਖਸ਼ਾਂ ਪ੍ਰਾਪਤ ਕਰੀਏ। ਸੋ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ। ਵਾਹਿਗੁਰੂ ਜੀ ਕਾ ਖਾਲਸਾ।